ਸਾਹਿਬ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਹਿ ਕੇਰੀ। ਬਿਖਮ ਮਾਰਗ ਚੱਲਣਾ, ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸਰਨਾਏ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਬਹੁ ਸ਼ਾਸਤਰ ਬਹੁ ਸਿਮਰਤੀ, ਵੇਖੈ ਸਰਬ ਢੰਡੋਲ। ਊਜਸ ਨਾਹੀ ਹਰਿ ਹਰੇ, ਨਾਨਕ ਨਾਮ ਅਮੋਲ। ਸੁਕਾਉ ਹਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਇ। ਹੋਵੈ ਸਿਫਤ ਖਸਮੁ, ਨੂਰ ਅਰਸੋਂ ਕੁਰਸੋਂ ਚਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਗ ਸੋਰਠ ਬਾਣੀ ਭਗਤ ਰਵਿਦਾਸ ਜੀ ਕੀ। ਇੱਕ ਓਂਕਾਰ ਸਤਿਗੁਰ ਪ੍ਰਸਾਦ। जब हम होते तब तू नहीं, अब तू ही मैं नहीं। अनल अगम जैसे लहर में उदत, जल केवल जल माही। माधवे क्या कहिए भ्रम ऐसा, जैसा मानिया होए ना तैसा। जब हम होते तब तू नहीं, अब तू ही मैं नहीं। वाहिगुरु जी का खालसा, वाहिगुरु जी की फतेह। वालिए कुल आलम सरवरे कायनात, जुगो जुग अटल साहिब गरीब नवाज। गुरु ग्रंथ साहिब जियां दी पवित्र पावन हजूरी दा आनंद मान रही गुरु की संगत। सतगुरु जियां ने कृपा करके ਅੰਮ੍ਰਿਤ ਵੇਲੇ ਤੋਂ ਗੁਰੂ ਕੀ ਬਾਣੀ ਪੜ੍ਹਨ ਵਾਸਤੇ, ਸਰਵਨ ਕਰਨ ਵਾਸਤੇ ਇਹ ਸਾਨੂੰ ਸ੍ਰੇਸ਼ਟ ਸਮੇਂ ਜਿਹੜੇ ਹਨ ਉਹ ਬਖਸ਼ਿਸ਼ ਕੀਤੇ ਹਨ। ਆਪ ਸੰਗਤਾਂ ਵੱਡਿਆਂ ਭਾਗਾਂ ਦੇ ਨਾਲ ਸਤਿਗੁਰਾਂ ਦੀ ਗੁਰਬਾਣੀ ਪੜ੍ਹ ਕੇ ਸੁਣ ਕੇ ਮਨੁੱਖਾ ਜਨਮ ਦਾ ਵੱਡਾ ਭਾਰੀ ਲਾਭ ਪ੍ਰਾਪਤ ਕਰ ਰਹੇ ਹੋ। ਇਸ ਵੇਲੇ ਸਤਿਗੁਰਾਂ ਦੀ ਲੜੀਵਾਰ ਗੁਰਬਾਣੀ ਦੀ ਕਥਾ ਸਰਵਨ ਕਰਨ ਵਾਸਤੇ ਆਪਾਂ ਇਕੱਤਰਤ ਹੋਏ ਹਾਂ।
ਆਓ ਕੁਝ ਸਮੇਂ ਵਾਸਤੇ ਆਪਣੇ ਮਨ ਦੇ ਧਿਆਨ ਨੂੰ ਟਿਕਾ ਕੇ ਬੜੀ ਭਾਵਨਾ ਦੇ ਨਾਲ ਸਤਿਗੁਰਾਂ ਦੇ ਅੰਮ੍ਰਿਤ ਬਚਨ ਸਰਵਣ ਕਰੀਏ। ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਗ ਸੋਰਠ ਬਾਣੀ ਭਗਤ ਰਵਿਦਾਸ ਜੀ ਕੀ। ਸੋਰਠ ਰਾਗ ਹੈ। ਇਸ ਰਾਗ ਦੇ ਅੰਦਰ ਭਗਤ ਰਵਿਦਾਸ ਜੀਆਂ ਦੀ ਜੋ ਬਾਣੀ ਹੈ ਉਹ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਲਿਖ ਰਹੇ ਨੇ। ਭਗਤ ਰਵਿਦਾਸ ਜੀਆਂ ਦੇ 40 ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ 16 ਰਾਗਾਂ ਦੇ ਵਿੱਚ ਦਰਜ ਹੋਏ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਬਾਣੀ ਦੇ 31 ਰਾਗ ਨੇ। 31 ਰਾਗ ਵਿੱਚੋਂ 16 ਰਾਗ ਉਹ ਨੇ ਜਿਹਦੇ ਵਿੱਚ ਭਗਤ ਰਵਿਦਾਸ ਜੀਆਂ ਦੀ ਬਾਣੀ ਦਰਜ ਹੋਈ ਹੈ ਅਤੇ 40 ਸ਼ਬਦ ਜਿਹੜੇ ਨੇ ਉਹ ਭਗਤਾਂ ਨੇ ਭਗਤ ਰਵਿਦਾਸ ਜੀਆਂ ਨੇ ਆਪਣੇ ਦਰਜ ਕਰਵਾਏ। ਸੋ ਇਸੇ ਤਰ੍ਹਾਂ ਭਗਤ ਜੀਆਂ ਦੀ ਉਮਰਾ ਜਿਹੜੀ ਹੈ ਉਹ ਕੋਈ 150-51 ਸਾਲ ਦੀ ਉਮਰ ਭਗਤ ਰਵਿਦਾਸ ਜੀਆਂ ਦੀ ਹੋਈ ਹੈ। ਸੋ 1378 ਦੇ ਵਿੱਚ ਇਹਨਾਂ ਦਾ ਜਨਮ ਲਿਖਿਆ ਹੈ। 1378 ਦੇ ਵਿੱਚ ਭਗਤ ਰਵਿਦਾਸ ਜੀਆਂ ਦਾ ਜਨਮ ਹੋਇਆ ਅਤੇ 1529 ਦੇ ਵਿੱਚ ਇਹਨਾਂ ਨੇ ਆਪਣਾ ਸਰੀਰ ਛੱਡਿਆ ਹੈ। ਐਸੀ ਲੰਮੀ ਉਮਰਾਂ ਦੇ ਮਾਲਕ ਨੇ ਭਗਤ ਰਵਿਦਾਸ ਜੀ। 150 ਜਾਂ 51 ਸਾਲ ਦੀ ਆਪਾਂ ਉਮਰ, 150 ਸਾਲ ਦੀ ਉਮਰ ਆਪਾਂ ਕਹਿ ਸਕਦੇ ਹਾਂ। ਇਹ ਲੰਮੀ ਉਮਰਾਂ ਨੂੰ ਮੰਨਣ ਵਾਲੇ ਨੇ ਭਗਤ ਰਵਿਦਾਸ ਜੀ। 40 ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਵਾਏ। ਅੱਜ ਆਪਾਂ ਸੋਰਠ ਰਾਗ ਦੇ ਵਿੱਚ ਪਹਿਲਾ ਸ਼ਬਦ ਭਗਤ ਰਵਿਦਾਸ ਜੀ ਦਾ ਸਰਵਣ ਕਰਨ ਜਾ ਰਹੇ ਹਾਂ। ਸੋਰਠ ਰਾਗ ਦੇ ਵਿੱਚ ਵੀ ਭਗਤ ਜੀਆਂ ਨੇ 7 ਸ਼ਬਦ ਜਿਹੜੇ ਨੇ ਉਹ ਗੁਰਬਾਣੀ ਦੇ ਦਰਜ ਕਰਵਾਏ ਨੇ। ਉਹਨਾਂ 7 ਸ਼ਬਦਾਂ ਵਿੱਚੋਂ ਅੱਜ ਪਹਿਲਾ ਸ਼ਬਦ ਆਪਾਂ ਸਰਵਣ ਕਰਦੇ ਹਾਂ। ਇਸ ਤਰ੍ਹਾਂ ਭਗਤ ਰਵਿਦਾਸ ਜੀ ਸ਼੍ਰੋਮਣੀ ਭਗਤ ਜਿਹੜੇ ਨੇ ਉਹਨਾਂ ਦੀ ਬਾਣੀ ਜਿਹੜੀ ਹੈ ਇੱਥੇ ਮਹਾਰਾਜ ਜੀ ਅੰਕਿਤ ਕਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਗੁਰੂ ਘਰ ਦੀ ਮਰਿਆਦਾ ਅਨੁਸਾਰ ਮੰਗਲਾਚਰਨ ਕਰਦੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ। ਇੱਕ ਓੰਕਾਰ, ਓੰਕਾਰ ਜੋ ਪਰਮਾਤਮਾ ਹੈ। ਜਾਤੀ ਵਿਜਾਤੀ ਸਵੈਗਤ ਜਿਹੜੇ ਭੇਦ ਨੇ ਉਹਨਾਂ ਤੋਂ ਪਰਮਾਤਮਾ ਰਹਿਤ ਹੈ। ਐਸੇ ਪਰਮਾਤਮਾ ਦੀ ਪ੍ਰਾਪਤੀ ਕਰਨ ਵਾਸਤੇ ਓੰਕਾਰ ਦਾ ਜਾਪ ਕਰ। ਇਹ ਜਿਹੜਾ ਜਾਪ ਹੈ ਸਤਿਗੁਰ ਪ੍ਰਸਾਦ ਗੁਰੂ ਜੀ ਕਿਰਪਾ ਨਾਲ ਪ੍ਰਾਪਤ ਹੋਣਾ ਹੈ। ਗੁਰੂ ਪਾਤਸ਼ਾਹ ਕਿਰਪਾ ਕਰਨ 'ਤੇ ਤਾਂ ਇਹ ਪ੍ਰਾਪਤੀ ਹੁੰਦੀ ਹੈ। ऐसे गुरु की खुशी लैके नाम की कमाई करना कर। जब हम होते तब तू नहीं, अब तू ही मैं नहीं। भगत रविदास जी प्रेमा भगती करदे, भावना दे नाल शरधा दे नाल सिमरन दे विच जुड़े रहिंदे। भगत रविदास जियां दी प्रेमा भगती वेख के एक दिन परमात्मा जी आप मिलण वास्ते भगत जियां दे दर दे उपर आके पहुँचे। भगत जियां दे सामने बैठ गए भगवान जी परमेश्वर जी। ऐसा प्रेमा भगती ने खिंच पाई। भगत रविदास जी उस वेले सिमरन करते पे नेत्र बंद किए हुए। जदों नेत्र खोले तो की देखिया भी सामने भगवान जी बैठे ने। भगवान जियां नूं सामने वेख के नमस्कार करन वास्ते उठे भी मत्था टेकीए, भगवान जी आए। जदों भगत रविदास जी मत्था टेकन वास्ते उठे तो भगवान जी 2-4 कदम पिछे नूं हट गए। तो भगत रविदास जी ने पूछया, कहन लगे भगवान जी मैं तो नमस्कार कर लगा, आप जी पिछे क्यों हटे हो? कहन लगे रविदास जी असी पिछे तां हटे हाँ क्योंकि जे तुसी सानू छू लवोगे तुसी अछूत हो, तुहाडा छूना सानू ठीक नहीं लग्या।
ਜਦੋਂ ਇਹ ਬਚਨ ਸੁਣੇ ਤੇ ਫਿਰ ਭਗਤ ਰਵਿਦਾਸ ਜੀ ਇਹ ਸ਼ਬਦ ਵਿੱਚ ਬਖਸ਼ਿਸ਼ ਕਰਦੇ ਅਤੇ ਸਾਡੇ ਮਨਾਂ ਦੇ ਵਿੱਚੋਂ ਵੀ ਇਹ ਜਿਹੜਾ ਭਰਮ ਹੈ ਇਸ ਨੂੰ ਦੂਰ ਕਰਦੇ। ਰਹਾਉ ਦੀਆਂ ਪੰਕਤੀਆਂ ਨੇ ਕਹਿਣ ਲੱਗੇ, ਮਾਧਵੇ ਹੈ ਮਾਇਆ ਦੇ ਪਤੀ ਪਰਮਾਤਮਾ, ਮੈਂ ਆਪ ਜੀ ਦੇ ਅੱਗੇ ਇੱਕ ਬੇਨਤੀ ਕਰਦਾ। ਕਿਹੜੀ ਬੇਨਤੀ ਕਰਦਾ? ਕਿਆ ਕਹੀਏ ਭਰਮ ਐਸਾ। ਆਪ ਜੀ ਇਹ ਕਿਸ ਭਰਮ ਦੇ ਵਿੱਚ ਪੈ ਕੇ ਇਹ ਗੱਲਾਂ ਕਰਦੇ ਪਏ ਕਿ ਮੈਂ ਅਛੂਤ ਹਾਂ। ਜੇ ਆਪ ਜੀ ਇਹ ਬਚਨ ਕਰਦੇ ਹੋ ਤੇ ਇਹ ਭਰਮ ਵਾਲਾ ਬਚਨ ਹੈ, ਗਿਆਨ ਵਾਲਾ ਬਚਨ ਨਹੀਂ। ਜੇ ਮੈਂ ਅਗਿਆਨੀ ਹਾਂ, ਸੰਸਾਰੀ ਬਿਰਤੀ ਹੈ, ਸੰਸਾਰੀ ਸੋਚ ਹੈ, ਸੰਸਾਰੀ ਕਰਮ ਨੇ, ਤੇ ਫਿਰ ਆਪ ਜੀ ਦਾ ਇੱਥੇ ਆਉਣਾ ਠੀਕ ਨਹੀਂ। ਹੁਣ ਭਗਤ ਜੀਆਂ ਨੇ ਸਵਾਲ ਕਰ ਦਿੱਤਾ, ਕਹਿਣ ਲੱਗੇ ਫਿਰ ਤੁਹਾਡਾ ਇੱਥੇ ਆਉਣਾ ਠੀਕ ਨਹੀਂ। ਜੇ ਮੈਂ ਸੰਸਾਰੀ ਹਾਂ, ਅਛੂਤ ਹਾਂ, ਮੈਨੂੰ ਸੰਸਾਰੀ ਵੇਖਦੇ ਪਏ ਹੋ, ਪ੍ਰੇਮ ਨਹੀਂ ਕਰਦੇ, ਤੇ ਫਿਰ ਤੁਹਾਡਾ ਇੱਥੇ ਆਉਣਾ ਠੀਕ ਨਹੀਂ ਸੀ। ਜੇ ਮੈਨੂੰ ਗਿਆਨੀ ਜਾਣਦੇ ਹੋ ਵੀ ਮੈਂ ਗਿਆਨਵਾਨ ਹਾਂ, ਫਿਰ ਤੁਹਾਡਾ ਇਹ ਬਚਨ ਕਹਿਣਾ ਠੀਕ ਨਹੀਂ ਕਿ ਮੈਂ ਅਛੂਤ ਹਾਂ। ਇਹ ਮੇਰਾ ਸਵਾਲ ਹੈ ਵੀ ਜੇ ਆਪ ਜੀ ਮੈਨੂੰ ਅਜੇ ਜਾਤ ਪਾਤ ਦੇ ਨਜ਼ਰ 'ਚੋਂ ਹੀ ਵੇਖਦੇ ਪਏ, ਸੰਸਾਰੀ ਰੋਹ ਰੀਤੀ ਮੁਤਾਬਕ ਵੇਖਦੇ ਪਏ, ਤੇ ਫਿਰ ਤੁਹਾਡਾ ਇੱਥੇ ਆਉਣਾ ਠੀਕ ਨਹੀਂ, ਕਿਉਂਕਿ ਸਾਰੀ ਦੁਨੀਆ ਦੇ ਲੋਕ ਕੰਮਾਂ ਕਾਰਾਂ ਵਿੱਚ ਧੰਦਿਆਂ ਵਿੱਚ ਲੱਗੇ ਹੋਏ, ਉਹਨਾਂ ਨੂੰ ਤੁਸੀਂ ਜਾ ਕੇ ਨਹੀਂ ਮਿਲੇ ਤੇ ਮੇਰੇ ਕੋਲ ਕੀ ਲੈਣ ਆਏ ਹੋ। ਜੇ ਤੁਸੀਂ ਮੈਨੂੰ ਗਿਆਨੀ ਜਾਣਦੇ ਹੋ ਵੀ ਗਿਆਨ ਦੀ ਅਵਸਥਾ ਮੇਰੇ ਕੋਲ ਹੈ, ਫਿਰ ਇਹ ਜਿਹੜਾ ਬਚਨ ਕਰਨਾ ਵੀ ਤੁਹਾਡੀ ਜਾਤੀ ਇਹ ਹੈ, ਪੰਕਤੀ ਇਹ ਹੈ, ਫਿਰ ਇਹ ਬਚਨ ਕਰਨਾ ਠੀਕ ਨਹੀਂ ਹੈ। ਮਾਧਵੇ ਮਾਇਆ ਦੇ ਪਤੀ ਕਿਆ ਕਹੀ ਹੈ, ਇਹ ਆਪ ਜੀ ਨੇ ਕੀ ਬਚਨ ਕਹਿ ਦਿੱਤੇ। ਭਰਮ ਐਸਾ, ਇਹ ਭਰਮ ਵਾਲੇ ਬਚਨ ਨੇ। ਜੈਸਾ ਮਾਨੀਐ ਹੋਏ ਨਾ ਤੈਸਾ, ਜਿਸ ਤਰ੍ਹਾਂ ਦਾ ਮੰਨਿਆ ਜਾਵੇ ਉਸ ਤਰ੍ਹਾਂ ਦਾ ਹੁੰਦਾ ਨਹੀਂ ਹੈ। ਕੀ ਨਹੀਂ ਹੁੰਦਾ? ਉਹ ਬਚਨ ਬਖਸ਼ਿਸ਼ ਕਰਦੇ, ਕਹਿਣ ਲੱਗੇ, ਜਬ ਹਮ ਹੋਤੇ, ਜਿੰਨਾ ਚਿਰ ਸਾਡੇ ਵਿੱਚ ਹਮ ਤੋਂ ਭਾਵ ਹੰਗਤਾ ਹੈ, ਜਿੰਨਾ ਚਿਰ ਹੰਕਾਰ ਹੈ, ਜਿੰਨਾ ਚਿਰ ਮਾਨ ਹੈ, ਤਬ ਤੂੰ ਨਾਹੀਂ, ਉਹਨਾਂ ਚਿਰ ਪਰਮਾਤਮਾ ਤੂੰ ਪ੍ਰਗਟ ਨਹੀਂ ਹੁੰਦਾ, ਤੂੰ ਪ੍ਰਾਪਤ ਨਹੀਂ ਹੁੰਦਾ। ਪਰਮਾਤਮਾ ਪ੍ਰਾਪਤ ਕਿਉਂ ਨਹੀਂ ਹੁੰਦਾ? ਉਹਦਾ ਕਾਰਨ ਇਹ ਹੈ ਵੀ ਸਾਡੇ ਵਿੱਚ ਹਮ ਤੋਂ ਭਾਵ ਹੰਗਤਾ ਹੈ, ਮੈਂ ਹੈ, ਹਉਮੈ ਹੈ, ਸਾਡੇ ਮਨ ਵਿੱਚ ਮਾਨ ਹੈ, ਹੰਕਾਰ ਹੈ। ਜਿੰਨਾ ਚਿਰ ਇਹ ਅਵਗੁਣ ਨੇ ਉਹਨਾਂ ਚਿਰ ਪਰਮਾਤਮਾ ਤੂੰ ਨਹੀਂ ਪਾਇਆ ਜਾਂਦਾ। ਜਬ ਹਮ ਹੋਤੇ, ਜਿੰਨਾ ਚਿਰ ਸਾਡੇ ਵਿੱਚ ਹੰਕਾਰ ਹੈ, ਉਹਨਾਂ ਚਿਰ ਤਬ ਤੂੰ ਨਾਹੀਂ, ਉਹਨਾਂ ਚਿਰ ਤੂੰ ਵੀ ਕਿਸੇ ਨੂੰ ਪ੍ਰਗਟ ਨਹੀਂ ਹੁੰਦਾ, ਕਿਸੇ ਨੂੰ ਪ੍ਰਾਪਤ ਨਹੀਂ ਹੁੰਦਾ। ਅਬ ਤੂੰ ਹੀ ਮੈਂ ਨਾਹੀਂ, ਹੁਣ ਮੇਰੇ ਵਿੱਚ ਮੈਂ ਮੇਰੀ ਰਹਿ ਨਹੀਂ ਗਈ, ਇਸ ਕਰਕੇ ਮੈਂ ਤੇ ਹੁਣ ਰਹਿ ਹੀ ਨਹੀਂ ਗਿਆ। ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ। ਪਹਿਲਾਂ ਜਦੋਂ ਮੇਰਾ ਜੀਵਨ ਸੀ ਉਦੋਂ ਮੈਂ ਦੀ ਗੱਲ ਕਰਦਾ, ਪਰ ਹੁਣ ਜਿਸ ਵੇਲੇ ਸਿਮਰਨ ਦੀ ਪ੍ਰਾਪਤੀ ਹੋਈ, ਨਾਮ ਦੀ ਪ੍ਰਾਪਤੀ ਹੋਈ, ਨਾਮ ਜਪਦਿਆਂ ਆਖਿਆ ਨਿਰੰਕਾਰ ਧਨ ਹੈ ਤੂੰ, ਨਿਰੰਕਾਰ ਧਨ ਹੈ ਤੂੰ। ਜਦੋਂ ਵਾਰ-ਵਾਰ ਤੂੰ ਤੂੰ ਕਹਿ ਕੇ ਤੂੰ ਦਾ ਜਾਪ ਕੀਤਾ, ਕਹਿਣ ਲੱਗੇ ਹੁਣ ਪਰਮਾਤਮਾ ਮੈਂ ਤੇਰਾ ਰੂਪ ਹੀ ਹੋ ਗਿਆ, ਮੇਰੇ ਵਿੱਚ ਹੁਣ ਹਉਮੈ ਰਹਿ ਹੀ ਨਹੀਂ ਗਈ ਹੈ, ਮੇਰੇ ਵਿੱਚ ਮੈਂ ਮੇਰੀ ਰਹਿ ਹੀ ਨਹੀਂ ਗਈ। ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਮੇਰੇ ਵਿੱਚ ਹੂੰ ਕਹੀਏ ਹੰਕਾਰ ਨਹੀਂ ਰਹਿ ਗਿਆ, ਮੈਂ ਤੈਨੂੰ ਤੈਨੂੰ ਕਹਿੰਦਿਆਂ ਤੇਰਾ ਰੂਪ ਹੀ ਹੋ ਗਿਆ। ਜਬ ਆਪਾ ਪਰਕਾ ਮਿਟ ਗਿਆ, ਜਦੋਂ ਆਪਣਾ ਭਾਵ ਤੇ ਬੇਗਾਨਾ ਭਾਵ ਮਿਟ ਜਾਵੇ, ਖਤਮ ਹੋ ਜਾਵੇ, ਜਤ ਦੇਖਾਂ ਤਤ ਤੂੰ, ਮੈਂ ਜਿੱਧਰ ਵੀ ਦੇਖਦਾ ਹਾਂ ਮੈਨੂੰ ਉੱਧਰ ਤੁਸੀਂ ਦਿਖਾਈ ਦਿੰਦੇ ਹੋ। ਇਹ ਭਗਤਾਂ ਉਹਨਾਂ ਦੇ ਬਚਨ ਨੇ ਜਿਨ੍ਹਾਂ ਨੇ ਜੀਵਨ ਦੀ ਕਮਾਈ ਕੀਤੀ ਹੈ। ਭਗਤ ਜੀ ਕਹਿਣ ਲੱਗੇ ਜਬ ਹਮ ਹੋਤੇ, ਜਿੰਨਾ ਚਿਰ ਸਾਡੇ ਵਿੱਚ ਹਮ ਕਹੀਏ ਹੰਕਾਰ ਹੰਗਤਾ ਹੈ, ਤਬ ਤੂੰ ਨਾਹੀਂ, ਉਹਨਾਂ ਚਿਰ ਪਰਮਾਤਮਾ ਤੂੰ ਪ੍ਰਗਟ ਨਹੀਂ ਹੁੰਦਾ, ਪ੍ਰਾਪਤ ਨਹੀਂ ਹੁੰਦਾ। ਅਬ ਤੂੰ ਹੀ ਮੈਂ ਨਾਹੀਂ, ਹੁਣ ਮੇਰੇ ਵਿੱਚ ਮੈਂ ਮੇਰੀ ਰਹਿ ਕੋਈ ਨਹੀਂ ਗਈ ਹੈ, ਇਸ ਕਰਕੇ ਹੁਣ ਤੇ ਤੂੰ ਹੀ ਤੂੰ ਹੈ। ਤੇ ਜਿੱਥੇ ਤੂੰ ਆ ਜਾਵੇਂ ਉੱਥੇ ਫਿਰ ਜਾਤ ਨਹੀਂ ਰਹਿ ਜਾਂਦੀ, ਪਾਤ ਨਹੀਂ ਰਹਿ ਜਾਂਦੀ, ਪੰਕਤੀ ਨਹੀਂ ਰਹਿ ਜਾਂਦੀ, ਛੂਤ ਤੇ ਅਛੂਤ ਦੀ ਵਿਚਾਰ ਨਹੀਂ ਰਹਿ ਜਾਂਦੀ, ਉੱਚੇ ਨੀਵੇਂ ਦੀ ਗੱਲ ਨਹੀਂ ਰਹਿ ਜਾਂਦੀ, ਕਿਉਂਕਿ ਹੁਣ ਮੈਂ ਨਹੀਂ ਰਹਿ ਗਿਆ, ਮੈਂ ਹੁਣ ਤੇਰਾ ਰੂਪ ਹੋ ਗਿਆ ਹਾਂ। ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਿਛ ਨਾਹੇ, ਜਲ ਤੇ ਉਪਜ ਤਰੰਗ ਜਿਉ,
ਜਲ ਹੀ ਬਿਖੈ ਸਮਾਹੇ। ਪਾਣੀ ਦੀਆਂ ਲਹਿਰਾਂ ਪਾਣੀ ਵਿੱਚੋਂ ਉੱਠ ਕੇ ਪਾਣੀ ਵਿੱਚ ਸਮਾ ਜਾਂਦੀਆਂ। ਇਸੇ ਤਰ੍ਹਾਂ ਪ੍ਰਮਾਤਮਾ ਜੀ ਅਸੀਂ ਤੇਰੇ ਵਿੱਚੋਂ ਪੈਦਾ ਹੋ ਕੇ ਤੇਰਾ ਨਾਮ ਜਪ ਕੇ ਤੇਰੇ ਵਿੱਚ ਹੀ ਸਮਾ ਗਏ, ਤੇਰਾ ਰੂਪ ਹੋ ਗਏ ਆ। ਇਸ ਕਰਕੇ ਹੁਣ ਮੈਂ ਮੇਰੀ ਰਹੀ ਨਹੀਂ ਹੈ। ਅਨਲ ਅਗਮ ਜੈਸੇ ਲਹਿਰ ਮੈਂ ਉਦਤ, ਜਲ ਕੇਵਲ ਜਲ ਮਾਹੀ। ਇੱਕ ਉਦਾਹਰਨ ਦਿੰਦੇ ਨੇ, ਕਹਿਣ ਲੱਗੇ ਕਿ ਜਿਸ ਤਰ੍ਹਾਂ ਮੈਂ ਉਦਦ ਕਹਿੰਦੇ ਗੁਰਮੁਖੋ ਸਮੁੰਦਰ ਨੂੰ। ਕਹਿਣ ਲੱਗੇ ਸਮੁੰਦਰ ਦੇ ਵਿੱਚ ਅਨਲ ਤੋਂ ਭਾਵ ਹੈ ਹਨੇਰੀ ਆਉਣ ਦੇ ਨਾਲ, ਹਵਾ ਆਉਣ ਦੇ ਨਾਲ ਅਗਮ ਜੈਸੇ ਲਹਿਰ, ਬੇਅੰਤ ਲਹਿਰਾਂ ਉੱਠਦੀਆਂ, ਤਰੰਗਾਂ ਉੱਠਦੀਆਂ ਸਮੁੰਦਰ ਦੇ ਵਿੱਚ। ਇੰਨੀਆਂ ਲਹਿਰਾਂ ਉੱਠਦੀਆਂ ਵੀ ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਪਰਮਾਤਮਾ ਜਿਵੇਂ ਸਮੁੰਦਰ ਦਾ ਪਾਣੀ ਹੈ, ਹਨੇਰੀ ਆਉਣ ਦੇ ਨਾਲ ਕਈ ਲਹਿਰਾਂ ਉੱਠੀਆਂ ਤੇ ਕਹਿਣ ਲੱਗੇ ਜਲ ਕੇਵਲ ਜਲ ਮਾਹੀ। ਕੋਈ ਬੰਦਾ ਇਹ ਨਹੀਂ ਕਹਿ ਸਕਦਾ ਵੀ ਸਮੁੰਦਰ ਦਾ ਪਾਣੀ ਹੋਰ ਹੈ, ਲਹਿਰਾਂ ਦਾ ਪਾਣੀ ਹੋਰ ਹੈ। ਲਹਿਰਾਂ ਉੱਠੀਆਂ ਕਿਤੇ ਹੋਰ ਥਾਂ, ਸਮਾਈਆਂ ਕਿਤੇ ਹੋਰ ਵਿੱਚ ਜਾ ਕੇ ਨਹੀਂ। ਲਹਿਰਾਂ ਸਮੁੰਦਰ ਵਿੱਚੋਂ ਉੱਠੀਆਂ ਸਨ, ਕੁਝ ਸਮੇਂ ਵਾਸਤੇ ਵੱਖਰੀਆਂ ਦਿਖਾਈ ਦਿੱਤੀਆਂ, ਫਿਰ ਸਮੁੰਦਰ ਦੇ ਵਿੱਚ ਹੀ ਉਹ ਲੀਨ ਹੋ ਗਈਆਂ, ਸਮਾ ਗਈਆਂ। ਕਹਿਣ ਤੋਂ ਭਾਵ ਇਹ ਆ ਵੀ ਲਹਿਰਾਂ ਜਿਹੜੀਆਂ ਨੇ ਪਾਣੀ ਦਾ ਰੂਪ ਹੀ ਨੇ, ਸਮੁੰਦਰ ਦਾ ਰੂਪ ਨੇ। ਕੁਝ ਸਮੇਂ ਵਾਸਤੇ ਵੱਖਰੀਆਂ ਉੱਚੀਆਂ ਹਵਾ ਦੇ ਆਉਣ ਕਰਕੇ ਦਿਸੀਆਂ ਨੇ, ਪਰ ਵਾਸਤਵ ਦੇ ਵਿੱਚ ਹੈ ਤੇ ਉਹ ਪਾਣੀ। ਇਸੇ ਤਰ੍ਹਾਂ ਬਖਸ਼ਿਸ਼ ਕਰਦੇ ਕਹਿਣ ਲੱਗੇ ਹੈ ਪ੍ਰਮਾਤਮਾ ਜੀ ਆਪ ਜੀ ਸਮੁੰਦਰ ਦਾ ਰੂਪ ਹੋ। ਇਹ ਜਿੰਨੀ ਸ੍ਰਿਸ਼ਟੀ ਹੈ ਨਾ ਕਾਇਨਾਤ, ਇਹ ਸਾਰੀ ਤੁਹਾਡਾ ਰੂਪ ਹੀ ਹੈ। ਇਹ ਤੇ ਕੇਵਲ ਮਾਇਆ ਰੂਪੀ ਲਹਿਰ ਆਈ ਹੈ। ਮਾਇਆ ਨੇ ਸਰੀਰ ਬਣਾ ਦਿੱਤੇ, ਮਾਇਆ ਨੇ ਹੀ ਇਹ ਵਿਕਾਰ ਪੈਦਾ ਕਰ ਦਿੱਤੇ, ਮਾਇਆ ਨੇ ਲੋੜਾਂ ਪੂਰੀਆਂ ਕਰ ਦਿੱਤੀਆਂ। ਪਰ ਇਹ ਕੁਝ ਸਮੇਂ ਵਾਸਤੇ, ਕਿਉਂਕਿ ਸਮੁੰਦਰ ਵਿੱਚ ਹਨੇਰੀ ਕੁਝ ਸਮੇਂ ਵਾਸਤੇ ਆਈ ਹੈ, ਬਾਅਦ ਵਿੱਚ ਹਨੇਰੀ ਮਿਟ ਜਾਏਗੀ, ਸਮੁੰਦਰ ਸ਼ਾਂਤ ਹੋ ਜਾਏਗਾ। ਕੁਝ ਸਮੇਂ ਵਾਸਤੇ ਹਨੇਰੀ ਆਈ, ਲਹਿਰਾਂ ਸ਼ਾਂਤ ਹੋ ਗਈਆਂ, ਬਾਅਦ ਵਿੱਚ ਤੇ ਸਮੁੰਦਰ ਦਾ ਰੂਪ ਹੋ ਗਈਆਂ। ਇਸੇ ਤਰ੍ਹਾਂ ਪ੍ਰਮਾਤਮਾ ਜੀ ਇਹ ਮਾਇਆ ਕਰਕੇ ਕੁਝ ਸਮੇਂ ਵਾਸਤੇ ਸਰੀਰ ਪ੍ਰਾਪਤ ਹੋਇਆ। ਇਹ ਦਿਸਦਾ ਜ਼ਰੂਰ ਪਿਆ ਵੀ ਆ ਮੇਰਾ ਸਰੀਰ ਹੈ, ਪਰ ਵਾਸਤਵ ਦੇ ਵਿੱਚ ਮੈਂ ਮੇਰੀ ਹੈ ਹੀ ਕੁਝ ਨਹੀਂ। ਇਹ ਸਰੀਰ ਵੀ ਤੇ ਤੇਰੇ ਤੋਂ ਹੀ ਬਣਿਆ ਹੈ, ਇਸੇ ਤਰ੍ਹਾਂ ਇਹ ਦੁਨੀਆ ਵੀ ਤੇ ਤੇਰੇ ਤੋਂ ਹੀ ਬਣੀ ਹੈ। ਭਗਤਾਂ ਦੇ ਬੜੇ ਸੋਹਣੇ ਬਚਨ ਗੁਰਬਾਣੀ ਦੇ ਵਿੱਚ ਮਹਾਰਾਜ ਬਖਸ਼ਿਸ਼ ਕਰਦੇ, ਕਹਿਣ ਲੱਗੇ ਹੈ ਪ੍ਰਮਾਤਮਾ ਖਾਲਕ ਖਲਕ ਮੈਂ ਖਲਕ ਵਸੈ ਰੱਬ ਮਾਹੇ, ਬੰਦਾ ਕਿਸ ਨੂੰ ਆਖੀਐ ਜਾਂ ਤਿਸ ਬਿਨ ਕੋਈ ਨਾ ਹੈ। ਇਹ ਮਹਾਰਾਜ ਜੀਆਂ ਦੇ ਬਚਨ ਕਹਿਣ ਲੱਗੇ ਖਾਲਕ ਖਲਕ ਮੈਂ, ਉਹ ਜਿਹੜਾ ਬਣਾਉਣ ਵਾਲਾ ਨਾ ਦੁਨੀਆ, ਉਹ ਪਰਮਾਤਮਾ ਖਾਲਕ ਜਿਹੜਾ ਹੈ ਉਹ ਖਲਕਤ ਵਿੱਚ ਵਸਦਾ ਪਿਆ, ਦੁਨੀਆ ਵਿੱਚ ਵਸਦਾ ਪਿਆ। ਖਲਕ ਵਸੈ ਰੱਬ ਮਾਹੇ, ਇਹ ਜਿਹੜੀ ਖਲਕਤ ਦੁਨੀਆ ਇਹ ਪ੍ਰਮਾਤਮਾ ਦੇ ਵਿੱਚ ਵਸੀ ਹੋਈ ਹੈ। ਮੰਦਾ ਕਿਸ ਨੂੰ ਆਖੀਐ ਜਾਂ ਤਿਸ ਬਿਨ ਕੋਈ ਨਾ ਹੈ, ਕਿਹਨੂੰ ਮਾੜਾ ਤੇ ਕਿਹਨੂੰ ਚੰਗਾ ਕਹੀਏ, ਕਿਉਂਕਿ ਪ੍ਰਮਾਤਮਾ ਤੇਰੇ ਬਿਨਾ ਕੋਈ ਦੂਜਾ ਹੈ ਹੀ ਨਹੀਂ, ਤੇ ਕਿਹਨੂੰ ਇਹ ਗੱਲ ਕਹਿਣੀ ਹੈ। ਸੋ ਇਸੇ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ, ਕਹਿਣ ਲੱਗੇ ਹੈ ਪ੍ਰਮਾਤਮਾ ਤੂੰ ਹੀ ਹੈ ਸਾਰਿਆਂ ਦੇ ਵਿੱਚ, ਬੁਰਾ ਭਲਾ ਕਹੋ ਕਿਸ ਨੂੰ ਕਹੀਏ, ਸਗਲੇ ਜੀ ਤੁਮਾਰੇ, ਕਿਹਨੂੰ ਮਾੜਾ ਕਹੀਏ ਕਿਹਨੂੰ ਚੰਗਾ ਕਹੀਏ, ਅਸਲ ਦੇ ਵਿੱਚ ਸਾਰਿਆਂ ਵਿੱਚ ਤੁਸੀਂ ਆਪ ਹੀ ਬੈਠੇ ਹੋਏ। ਸਮੁੰਦਰ ਦਾ ਪਾਣੀ, ਸਮੁੰਦਰ ਦੀਆਂ ਲਹਿਰਾਂ ਹਨੇਰੀ ਆਉਣ ਦੇ ਨਾਲ ਵੱਖਰੀਆਂ ਜ਼ਰੂਰ ਲੱਗੀਆਂ, ਪਰ ਵਾਸਤਵ ਦੇ ਵਿੱਚ ਗੁਰਮੁਖੋ ਵੱਖਰੀਆਂ ਹੈ ਨਹੀਂ, ਹੈ ਤੇ ਇਸੇ ਤਰ੍ਹਾਂ ਸਮੁੰਦਰ ਦਾ ਹੀ ਰੂਪ। ਇਸੇ ਤਰ੍ਹਾਂ ਇਹ ਸਰੀਰ ਜਿਹੜੇ ਨੇ ਮਾਇਆ ਦੇ ਆਉਣ ਕਰਕੇ ਵੱਖਰੇ ਦਿਸਦੇ ਜ਼ਰੂਰ ਪੈ ਵੀ ਆ ਮੇਰਾ ਜਨਮ ਹੋਇਆ, ਹੁਣ ਮੈਂ ਜਵਾਨ ਹੋਇਆ, ਹੁਣ ਮੈਂ ਬੁੱਢਾ ਹੋ ਗਿਆ, ਮੌਤ ਹੋ ਗਈ, ਪਰ ਇਹ ਕੁਝ ਸਮੇਂ ਵਾਸਤੇ ਦਿਖਾਈ ਦੇਣ ਵਾਲੇ ਸਰੀਰ ਅਸਲ ਦੇ ਵਿੱਚ ਹੈ ਤੇ ਸਾਰੇ ਪਰਮਾਤਮਾ ਹੀ ਦਾ ਹੀ ਰੂਪ ਹਨ। ਜਾਵਿਆ ਕਰਖ ਕਰਤ ਹੋਂ ਕਬਹੂੰ ਤੁਮ ਮੈਂ ਮਿਲਤ ਦੇਹ ਧਾਰ ਸਭ ਹੂੰ, ਇਹ ਪੈਦਾ ਵੀ ਸਾਰੇ ਤੇਰੇ ਤੋਂ ਹੋਏ ਅਤੇ ਇਸੇ ਤਰ੍ਹਾਂ ਲੀਨ ਵੀ ਸਾਰਿਆਂ ਨੇ ਤੇਰੇ ਵਿੱਚ ਹੋ ਜਾਣਾ, ਤੇਰੇ ਵਿੱਚ ਮਿਲ ਜਾਣਾ ਹੈ। ਸੋ ਇਸ ਕਰਕੇ ਅਸੀਂ ਆਪਣੇ ਆਪ ਨੂੰ ਤੇਰੇ ਤੋਂ ਵੱਖਰਾ ਨਹੀਂ ਦੇਖਦੇ। ਅਨਲ ਅਗਮ ਜੈਸੇ ਲਹਿਰ ਮੈਂ ਉਦਦ, ਸਮੁੰਦਰ ਦੇ ਵਿੱਚ ਅਨਲ ਕਹੀਏ ਹਨੇਰੀ ਆਉਣ ਦੇ ਨਾਲ ਕਈ ਤਰ੍ਹਾਂ ਦੀਆਂ ਲਹਿਰਾਂ ਤੇ ਤਰੰਗਾਂ ਛੱਲਾਂ ਉੱਠਦੀਆਂ, ਪਰ ਜਲ ਕੇਵਲ ਜਲ ਮਾਹੀ, ਸਮਾਂ ਆਉਣ 'ਤੇ ਉਹ ਸਾਰੀਆਂ ਪਾਣੀ ਦਾ ਰੂਪ ਹੋ ਕੇ ਪਾਣੀ ਵਿੱਚ ਸਮਾ ਜਾਣਗੀਆਂ।
ਇਸੇ ਤਰ੍ਹਾਂ ਪਰਮਾਤਮਾ ਇਹ ਸਾਰਾ ਸੰਸਾਰ ਸਮੁੰਦਰ ਦੇ ਵਾਂਗ ਹੈ ਤੇ ਤੇਰਾ ਰੂਪ ਹੀ ਹੈ, ਪਰ ਇਹ ਮਾਇਆ ਦੇ ਪ੍ਰਭਾਵ ਕਰਕੇ ਇਹ ਸਰੀਰਾਂ ਰੂਪੀ ਲਹਿਰਾਂ ਸਾਨੂੰ ਕੁਝ ਸਮੇਂ ਵਾਸਤੇ ਪ੍ਰਾਪਤ ਹੋਈਆਂ। ਤੇ ਜੇ ਬ੍ਰਹਮ ਦੀ ਨਜ਼ਰ ਦੇ ਨਾਲ ਵੇਖਿਆ ਜਾਵੇ, ਅਸਲ ਦੇ ਵਿੱਚ ਇਹ ਸਰੀਰ ਸਾਰੇ ਲੀਨ ਤੇ ਤੇਰੇ ਵਿੱਚ ਹੀ ਹੋ ਜਾਣੇ, ਤੇਰੇ ਵਿੱਚ ਹੀ ਸਮਾ ਜਾਣੇ। ਫਿਰ ਤੇਰੇ ਤੋਂ ਬਿਨਾ ਕੋਈ ਦੂਜਾ ਹੈ ਹੀ ਨਹੀਂ। ਕਿਹਨੂੰ ਚੰਗਾ ਤੇ ਕਿਹਨੂੰ ਮਾੜਾ ਕਹੀਏ, ਐਸੇ ਬਚਨ ਜਿਹੜੇ ਨੇ ਉਹ ਭਗਤ ਜੀ ਕਰਦੇ ਹਨ। ਮਾਧਵੇ ਕਿਆ ਕਹੀਏ ਭ੍ਰਮ ਐਸਾ, ਹੈ ਮਾਇਆ ਦੇ ਪਤੀ ਪਰਮਾਤਮਾ ਕੀ ਕਹੀਏ, ਭਰਮ ਹੈ ਹੀ ਇਹੋ ਜਿਹਾ। ਜਦੋਂ ਬੰਦਾ ਭਰਮ ਦੇ ਵਿੱਚ ਪੈ ਜਾਂਦਾ ਹੈ ਨਾ, ਤੇ ਫਿਰ ਭਰਮ ਨੂੰ ਜਿਹੜਾ ਨਾ ਉਹ ਕਲਪਤ ਨਹੀਂ ਕੀਤਾ ਜਾ ਸਕਦਾ। ਭਰਮ ਕਿੰਨੇ ਪ੍ਰਕਾਰ ਦਾ ਹੈ। ਭਰਮ ਦੇ ਵਿੱਚ ਤੇ ਵੱਡੇ ਵੱਡੇ ਰਿਸ਼ੀ ਮੁਨੀ, ਦੇਵੀ ਦੇਵਤੇ, ਪੈਗੰਬਰ ਜਿਹੜੇ ਨੇ ਉਹ ਭਰਮ ਦੇ ਵਿੱਚ ਪੈ ਕੇ ਭੁੱਲੇ ਰਹੇ। ਮਾਧਵੇ ਕਿਆ ਕਹੀਏ, ਇਹ ਮਾਇਆ ਦੇ ਪਤੀ ਪਰਮਾਤਮਾ ਕੀ ਕਹੀਏ, ਭਰਮ ਐਸਾ, ਇਸ ਤਰ੍ਹਾਂ ਦਾ ਇਹ ਭਰਮ ਹੈ ਜਿਹਦੇ ਮਨ ਵਿੱਚ ਪੈ ਜਾਂਦਾ, ਭਰਮ ਨਿਕਲਦਾ ਹੀ ਨਹੀਂ। ਐ ਮਾਇਆ ਦੇ ਪਤੀ ਪਰਮਾਤਮਾ ਤੁਸੀਂ ਭਰਮ ਦੇ ਵਿੱਚ ਆ ਕੇ ਇਹ ਕੀ ਕਹਿ ਦਿੱਤਾ ਕਿ ਮੇਰੀ ਨੀਵੀਂ ਜਾਤ ਹੈ, ਮੈਂ ਅਛੂਤ ਹਾਂ। ਇਹ ਗੱਲ ਭਰਮ ਵਾਲੀ ਹੈ। ਜੇ ਮੈਂ ਗਿਆਨੀ ਹਾਂ ਤੇ ਤੁਹਾਡਾ ਆਉਣਾ ਇੱਥੇ ਠੀਕ ਹੈ, ਜੇ ਮੈਂ ਅਗਿਆਨੀ ਹਾਂ ਫਿਰ ਤੁਹਾਡਾ ਇੱਥੇ ਆਉਣਾ ਠੀਕ ਨਹੀਂ। ਜੇ ਆਪ ਜੀ ਆ ਹੀ ਗਏ ਹੋ ਤੇ ਮੈਨੂੰ ਗਿਆਨੀ ਜਾਣਿਆ ਹੈ, ਤੇ ਫਿਰ ਗਿਆਨੀ ਦੀ ਕੋਈ ਜਾਤ ਨਹੀਂ, ਕੋਈ ਪਾਤ ਨਹੀਂ, ਕੋਈ ਛੂਤ ਨਹੀਂ, ਕੋਈ ਅਛੂਤ ਨਹੀਂ, ਉਹ ਤੇ ਬ੍ਰਹਮ ਦਾ ਰੂਪ ਹੋ ਜਾਂਦਾ ਹੈ। ਇਹ ਆਪ ਜੀ ਨੇ ਕੀ ਐਸਾ ਬਚਨ ਕਹਿ ਦਿੱਤਾ ਹੈ। ਇਸ ਤਰ੍ਹਾਂ ਭਗਤ ਰਵਿਦਾਸ ਜੀ ਕਹਿਣ ਲੱਗੇ, ਪਰਮਾਤਮਾ ਦੇ ਨਾਲ ਬਚਨ ਕਰਦੇ ਪਏ, ਕਹਿੰਦੇ ਜੀ ਇਹ ਬਚਨ ਸੁਣ ਕੇ ਸਾਨੂੰ ਬੜਾ ਦੁੱਖ ਹੋਇਆ। ਤੇ ਭਗਵਾਨ ਜੀ ਨੇ ਪੁੱਛਿਆ ਕਿੰਨਾ ਕੁ ਦੁੱਖ ਹੋਇਆ। ਕਹਿਣ ਲੱਗੇ ਜੀ ਇੰਨਾ ਦੁੱਖ ਹੋਇਆ ਜਿਵੇਂ ਇੱਕ ਰਾਜੇ ਨੂੰ ਦੁੱਖ ਹੋਇਆ। ਕਿਵੇਂ ਰਾਜੇ ਨੂੰ ਦੁੱਖ ਹੋਇਆ, ਉਹ ਇੱਥੇ ਬਖਸ਼ਿਸ਼ ਕਰਦੇ ਹਨ। ਜੈਸਾ ਮਾਨੀਐ ਹੋਏ ਨਾ ਤੈਸਾ, ਜਿਸ ਤਰ੍ਹਾਂ ਦਾ ਮੰਨ ਲਈਏ ਉਸ ਤਰ੍ਹਾਂ ਦਾ ਨਾ ਹੋਵੇ। ਮੰਨਿਆ ਕੁਝ ਹੋਰ ਹੈ, ਦਿਸਿਆ ਕੁਝ ਹੋਰ ਹੈ, ਸੋਚਿਆ ਕੁਝ ਹੋਰ ਹੈ, ਹੋਇਆ ਕੁਝ ਹੋਰ ਹੈ। ਉਸ ਗੱਲ ਦਾ ਦੁੱਖ ਬੜਾ ਹੁੰਦਾ ਹੈ। ਸੋਚੀਦਾ ਕੁਝ ਹੈ ਪਰ ਨਿਕਲਿਆ ਅੱਗੋਂ ਕੁਝ ਹੋਰ ਹੈ। ਬੰਦਾ ਬੜਾ ਦੁਖੀ ਹੁੰਦਾ, ਸੋਚਿਆ ਕੀ ਤੇ ਨਿਕਲਿਆ ਕੀ। ਵੇਖਿਆ ਜਾਣਿਆ ਕੁਝ ਹੋਰ ਹੈ ਪਰ ਬਣ ਅੱਗੋਂ ਕੁਝ ਹੋਰ ਗਿਆ। ਕਹਿਣ ਲੱਗੇ ਉਹਦਾ ਬੜਾ ਵੱਡਾ ਦੁੱਖ ਹੈ। ਜਿਸ ਤਰ੍ਹਾਂ ਦਾ ਸੰਕਲਪ ਕਰ ਲਈਏ, ਵਿਚਾਰ ਬਣਾ ਲਈਏ, ਅੱਗੋਂ ਉਸ ਤਰ੍ਹਾਂ ਦਾ ਹੋਵੇ ਨਾ, ਤੇ ਕਹਿਣ ਲੱਗੇ ਉਹ ਬੜੇ ਭਾਰੀ ਦੁੱਖ ਵਾਲੀ ਗੱਲ ਹੁੰਦੀ ਹੈ। ਬਖਸ਼ਿਸ਼ ਕਰਦੇ ਹਨ। ਜੈਸਾ ਮਾਨੀਐ ਹੋਏ ਨਾ ਤੈਸਾ ਰਹਾਓ, ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਇਆ ਭਿਖਾਰੀ। ਇੱਕ ਉਦਾਹਰਨ ਦਿੰਦੇ ਨੇ, ਕਹਿਣ ਲੱਗੇ ਵੀ ਦੁੱਖ ਇਸ ਤਰ੍ਹਾਂ ਹੁੰਦਾ, ਬੰਦੇ ਕੋਲ ਹੁੰਦਾ ਕਈ ਵਾਰੀ ਸਾਰਾ ਕੁਝ ਹੀ ਹੈ, ਪਰ ਭਰਮ ਦੇ ਵਿੱਚ ਪੈ ਕੇ ਇਸ ਤਰ੍ਹਾਂ ਲੱਗਦਾ ਮੇਰੇ ਕੋਲ ਕੁਝ ਨਹੀਂ ਹੈ। ਕਹਿਣ ਲੱਗੇ ਇੱਕ ਬੜਾ ਵੱਡਾ ਰਾਜਾ ਆਪਣੇ ਰਾਜ ਸਿੰਘਾਸਨ 'ਤੇ ਬੈਠਾ ਹੋਇਆ, ਮੀਰ ਵਜ਼ੀਰ ਬੈਠੇ ਹੋਏ, ਬੈਠੇ ਬੈਠੇ ਨੂੰ ਸੁਪਨਾ ਸੌਂ ਗਿਆ ਸਿੰਘਾਸਨ ਦੇ ਉੱਪਰ ਹੀ। ਤੇ ਸੁੱਤੇ ਹੋਏ ਨੂੰ ਇੱਕ ਸੁਪਨਾ ਆਇਆ। ਸੁਪਨੇ ਵਿੱਚ ਕੀ ਵੇਖਦਾ ਕਿ ਮੈਂ ਬਹੁਤ ਵੱਡੇ ਇਲਾਕੇ ਵਿੱਚ ਬੈਠਾ ਹੋਇਆ, ਚਾਰ ਚੁਫੇਰੇ ਮੇਰੇ ਸਿਪਾਹੀ ਜਿਹੜੇ ਨੇ ਉਹ ਸ਼ਸਤਰ ਲੈ ਕੇ, ਹਥਿਆਰ ਲੈ ਕੇ ਮੇਰੇ ਪਹਿਰੇ ਤੇ ਮੇਰੀ ਸੇਵਾ ਵਿੱਚ ਲੱਗੇ ਹੋਏ। ਇੰਨੀ ਵੱਡੀ ਨਿਗਰਾਨੀ, ਐਡਾ ਵੱਡਾ ਪ੍ਰਬੰਧ ਫੌਜ ਨੇ ਕੀਤਾ ਵੀ ਪੰਛੀ ਵੀ ਉੱਡ ਕੇ ਨਾ ਆ ਸਕੇ, ਹੋਰ ਤੇ ਕਿਸੇ ਦੇ ਆਉਣ ਦੀ ਗੱਲ ਦੂਰ ਦੀ ਹੈ। ਕਹਿਣ ਲੱਗੇ ਉਸ ਵੇਲੇ ਕੀ ਹੋਇਆ ਕਿ ਰਾਜੇ ਦੀ ਲੱਤ ਨੂੰ ਆ ਕੇ ਗਿੱਦੜ ਨੇ ਚੱਕ ਪਾ ਲਿਆ। ਗਿੱਦੜ ਨੇ ਆ ਕੇ ਦੰਦ ਮਾਰੇ, ਲੱਤ ਨੂੰ ਪਕੜ ਲਿਆ। ਜਦੋਂ ਲੱਤ ਨੂੰ ਫੜਿਆ ਗਿੱਦੜੀ ਨੇ ਆ ਕੇ, ਰਾਜੇ ਨੇ ਰੌਲਾ ਪਾਇਆ, ਮੈਨੂੰ ਬਚਾਓ ਬਚਾਓ ਬਚਾਓ। ਭਾਵੇਂ ਚਾਰ ਚੁਫੇਰੇ ਫੌਜਾਂ ਖਲੋਤੀਆਂ ਹਥਿਆਰ ਪਕੜ ਕੇ, ਪਰ ਰਾਜੇ ਨੂੰ ਬਚਾਉਣ ਵਾਸਤੇ ਕੋਈ ਨਹੀਂ ਆਇਆ। ਰਾਜਾ ਸੱਜੇ ਖੱਬੇ ਵੇਖਦਾ, ਰੌਲਾ ਜ਼ਰੂਰ ਪਾਉਂਦਾ, ਪਰ ਕਿਸੇ ਨੇ ਵੀ ਰਾਜੇ ਨੂੰ ਬਚਾਇਆ ਨਹੀਂ। ਦੁਖੀ ਹੋਇਆ, ਪਹਿਲਾਂ ਤੇ ਕਰਲਾਉਂਦਾ ਰਿਹਾ, ਬਾਅਦ ਵਿੱਚ ਵੇਖਿਆ ਵੀ ਮੈਨੂੰ ਤੇ ਕਿਸੇ ਨੇ ਬਚਾਇਆ ਨਹੀਂ। ਰਾਜੇ ਦੇ ਹੱਥ ਵਿੱਚ ਸੋਟਾ ਡੰਡਾ ਫੜਿਆ ਹੋਇਆ, ਤੇ ਉਹ ਡੰਡਾ ਕਹਿਣ ਲੱਗੇ ਗਿੱਦੜੀ ਦੇ ਸਿਰ ਦੇ ਉੱਪਰ ਮਾਰਿਆ। ਜਦੋਂ ਗਿੱਦੜ ਦੇ ਸਿਰ ਵਿੱਚ ਡੰਡਾ ਵੱਜਾ ਤੇ ਕਹਿਣ ਲੱਗੇ ਉਹਨੇ ਆਪਣਾ ਮੂੰਹ ਤੇ ਚੱਕ ਜਿਹੜਾ ਪਾਇਆ ਸੀ ਉਹ ਖੋਲ੍ਹ ਦਿੱਤਾ। ਰਾਜਾ ਕੀ ਵੇਖਦਾ ਵੀ ਮੈਂ ਤੇ ਜ਼ਖਮੀ ਹੋਇਆ, ਮੇਰੀਆਂ ਲੱਤਾਂ ਵਿੱਚੋਂ ਖੂਨ ਨਿਕਲਦਾ ਪਿਆ, ਬੜੀ ਮਾੜੀ ਹਾਲਤ ਹੈ, ਮੈਨੂੰ ਕੀ ਕਰਨਾ ਚਾਹੀਦਾ? ਹੁਣ ਵੈਦ ਕੋਲ ਜਾ ਕੇ ਦਵਾਈ ਲੈਣੀ ਚਾਹੀਦੀ ਹੈ। ਚੱਲ ਕੇ ਰਾਜਾ ਜਿਹੜਾ ਨਾ ਹੌਲੀ ਹੌਲੀ ਵੈਦ ਕੋਲ ਪਹੁੰਚ ਗਿਆ। ਵੈਦ ਨੂੰ ਜਾ ਕੇ ਆਖਦਾ, ਵੈਦ ਜੀ ਮੇਰੀ ਲੱਤ ਜ਼ਖਮੀ ਹੋ ਗਈ ਹੈ, ਜ਼ਖਮ ਹੋ ਗਿਆ, ਆਪ ਜੀ ਦਵਾਈ ਦਿਓ। ਤੇ ਵੈਦ ਨੇ ਉਸ ਵੇਲੇ ਸਵਾਲ ਕੀਤਾ, ਕਹਿਣ ਲੱਗਾ ਵੀ ਦਵਾਈ ਤੇ ਪੈਸਿਆਂ ਦੀ ਆਉਣੀ ਹੈ, ਪੈਸੇ ਦੇ, ਮੈਂ ਦਵਾਈ ਤਿਆਰ ਕਰਦਾ ਫਿਰ ਤੈਨੂੰ ਮੈਂ ਦਵਾਈ ਦੇ ਸਕਦਾ। ਜਦੋਂ ਵੈਦ ਨੇ ਪੈਸੇ ਮੰਗੇ ਤੇ ਰਾਜੇ ਨੇ ਖੀਸੇ ਵਿੱਚ ਹੱਥ ਮਾਰਿਆ, ਸੁਪਨਾ ਆਉਂਦਾ ਪਿਆ।
ਖੀਸੇ ਵਿੱਚ ਪੈਸਾ ਹੀ ਕੋਈ ਨਹੀਂ ਨਿਕਲਿਆ, ਜੇਬ ਵਿੱਚੋਂ ਪੈਸਾ ਕੋਈ ਨਹੀਂ। ਕਹਿਣ ਲੱਗਾ ਪੈਸੇ ਤੇ ਮੇਰੇ ਕੋਲ ਹੈ ਨਹੀਂ। ਤੇ ਵੈਦ ਕਹਿੰਦਾ ਜੇ ਪੈਸੇ ਨਹੀਂ ਤੇ ਪਹਿਲਾਂ ਪੈਸੇ ਲੈ ਕੇ ਆ, ਫਿਰ ਦਵਾਈ ਤਿਆਰ ਹੋਵੇਗੀ ਤੈਨੂੰ ਦੇਵਾਂਗਾ। ਜਦੋਂ ਵੈਦ ਦੀ ਇਹ ਗੱਲ ਸੁਣੀ ਰਾਜੇ ਨੇ ਬੜਾ ਗੁੱਸਾ ਆਇਆ ਮਨ ਦੇ ਵਿੱਚ, ਮੈਂ ਜ਼ਖਮੀ ਆ, ਮੈਂ ਦੁਖੀ ਆ। ਇਹਨੇ ਦਵਾਈ ਕਰਨ ਦੀ ਬਜਾਏ ਸਗੋਂ ਪੈਸਿਆਂ ਦੀ ਮੰਗ ਅੱਗੇ ਰੱਖੀ ਹੈ। ਪਹਿਲਾਂ ਤੇ ਗੁੱਸਾ ਆਇਆ, ਫਿਰ ਬਾਅਦ ਵਿੱਚ ਸੋਚਣ ਲੱਗਾ, ਕਹਿਣ ਲੱਗਾ ਇਹ ਵੈਦ ਦੀ ਗੱਲ ਵੀ ਆਪਣੇ ਆਪ ਵਿੱਚ ਠੀਕ ਹੈ। ਇਹ ਤੇ ਇੱਕ ਵੈਦ ਹੈ ਜਿਹੜਾ ਮੈਨੂੰ ਜਾਣਦਾ ਨਹੀਂ, ਦਵਾਈ ਦੇਵੇਗਾ ਤੇ ਦਵਾਈ ਤੇ ਪੈਸਿਆਂ ਦੀ ਆਉਣੀ, ਇਹ ਆਪਣੀ ਜਗ੍ਹਾ ਤੇ ਠੀਕ ਹੈ। ਪਰ ਜੇ ਵੇਖਿਆ ਜਾਵੇ ਦੁਨੀਆਦਾਰੀ ਵਿੱਚ ਰਿਸ਼ਤਿਆਂ ਦੀ ਗੱਲ ਕੀਤੀ ਜਾਵੇ ਤੇ ਕਹਿਣ ਲੱਗੇ ਰਿਸ਼ਤੇ ਦੁਨੀਆ ਵਿੱਚ ਇੱਕ ਦੂਜੇ ਦੇ ਮਤਲਬ ਦੇ ਨਾਲ ਹੀ ਬਣੇ ਹੋਏ। ਭਾਵੇਂ ਕਿ ਮਾਂ ਤੇ ਪੁੱਤ ਦਾ ਰਿਸ਼ਤਾ ਹੈ, ਬਾਪ ਤੇ ਪੁੱਤਰ ਦਾ ਰਿਸ਼ਤਾ, ਭੈਣ ਤੇ ਭਰਾ ਦਾ ਰਿਸ਼ਤਾ, ਰਿਸ਼ਤਾ ਤੇ ਕੋਈ ਵੀ ਹੈ ਪਰ ਜੁੜਿਆ ਤੇ ਆਪਣੇ ਮਤਲਬ ਕਰਕੇ ਹੀ ਹੈ ਨਾ, ਇੱਕ ਦੂਜੇ ਦੇ ਨਾਲ ਮਤਲਬ ਹੈ। ਜੈਸੇ ਜਨਨੀ ਸੁਤ ਪਾਲਤੀ ਧਨ ਕੀ ਕਰ ਆਸਾ, ਬਚਨ ਹੈ ਨਾ ਗੁਰਬਾਣੀ ਦਾ। ਕਹਿਣ ਲੱਗੇ ਮਾਂ ਆਪਣੇ ਪੁੱਤਰ ਨੂੰ ਪਹਿਲਾਂ ਕੁੱਖ ਦੇਵੇ ਤੇ ਫਿਰ ਸੰਸਾਰ ਵਿੱਚ ਪਾਲਦੀ ਹੈ। ਕਾਹਦੇ ਵਾਸਤੇ? ਇਹ ਪੁੱਤਰ ਵੱਡਾ ਹੋਵੇਗਾ, ਇਹ ਪੜ੍ਹਾਈ ਕਰੇਗਾ, ਇਹ ਨੌਕਰੀ ਲੱਗੇਗਾ, ਫਿਰ ਇਹ ਧਨ ਕਮਾ ਕੇ ਲਿਆਵੇਗਾ ਤੇ ਮੈਨੂੰ ਬੁੱਢੇ ਬਾਰੇ ਆ ਕੇ ਸੁੱਖ ਦੇਵੇਗਾ। ਮਾਂ ਨੇ ਪੁੱਤਰ ਜਣਿਆ ਹੈ, ਉਹਨੂੰ ਪਾਲਿਆ ਹੈ, ਪਰ ਇਸ ਲਾਲਸਾ ਨੂੰ ਮੁੱਖ ਰੱਖ ਕੇ ਵੀ ਇਹ ਧਨ ਕਮਾ ਕੇ ਲਿਆਵੇਗਾ, ਬੁੱਢੇ ਬਾਰੇ ਮੇਰੀ ਡੰਗੋਰੀ ਬਣੇਗਾ, ਮੇਰਾ ਆਸਰਾ ਬਣੇਗਾ। ਹੁਣ ਇਹਦੇ ਤੋਂ ਵੱਡਾ ਰਿਸ਼ਤਾ ਤੇ ਕੋਈ ਨਹੀਂ ਨਾ। ਇਹ ਰਾਜਾ ਸੋਚਦਾ ਪਿਆ, ਕਹਿਣ ਲੱਗੇ ਵੀ ਜੇ ਮਾਂ ਪੁੱਤਰ ਨੂੰ ਪਾਲਦੀ ਹੈ ਤੇ ਉਹਦੇ ਮਨ ਵਿੱਚ ਵੀ ਇੱਕ ਇੱਛਾ ਹੁੰਦੀ ਹੈ ਕਿ ਮੇਰਾ ਪੁੱਤਰ ਮੈਨੂੰ ਬੁੱਢੇ ਬਜ਼ੁਰਗ ਵੇਲੇ ਸਾਂਭ ਲਵੇਗਾ। ਇਸੇ ਤਰ੍ਹਾਂ ਜੇ ਭੈਣ ਤੇ ਭਰਾ ਨੇ, ਉਹਨਾਂ ਦੀ ਵੀ ਇੱਕ ਲਾਲਸਾ ਵੀ ਮੈਨੂੰ ਇਹ ਸਹੁਰੇ ਘਰ ਆ ਕੇ ਮਿਲਣ ਆਇਆ ਕਰੇਗਾ, ਜਾਂ ਇਹ ਖੁਸ਼ੀ ਦੇ ਸਮਾਗਮ ਵਿੱਚ ਇਹ ਭੈਣ ਮੇਰੇ ਕੋਲ ਆਇਆ ਕਰੇਗੀ। ਉਹਨਾਂ ਦੇ ਮਨ ਵਿੱਚ ਵੀ ਇੱਕ ਦੂਜੇ ਦੇ ਪ੍ਰਤੀ ਇਹ ਇੱਛਾ ਹੈ, ਲੋੜ ਹੈ ਕਿ ਜੇ ਮੈਂ ਮਿਲਦਾ ਵਰਤਦਾ ਰਵਾਂ ਤੇ ਅਸੀਂ ਇੱਕ ਦੂਜੇ ਦੇ ਦੁੱਖ ਸੁੱਖ ਦੇ ਵਿੱਚ ਸਹਾਈ ਹੁੰਦੇ ਰਵਾਂਗੇ। ਰਾਜਾ ਸੋਚਦਾ ਪਿਆ ਭੈਣ ਤੇ ਭਰਾ ਦਾ ਰਿਸ਼ਤਾ, ਮਾਂ ਤੇ ਪੁੱਤ ਦਾ ਰਿਸ਼ਤਾ, ਦੁਨੀਆ ਤੇ ਜਿੰਨੇ ਵੀ ਰਿਸ਼ਤੇ ਨੇ ਸਾਰੇ ਆਪਣੇ ਪ੍ਰਯੋਜਨ ਕਰਕੇ ਨੇ, ਆਪੋ ਆਪਣੇ ਮਤਲਬ ਕਰਕੇ। ਜੇ ਮਤਲਬ ਨਾ ਹੋਵੇ ਤੇ ਰਿਸ਼ਤਾ ਬਣਦਾ ਹੀ ਨਹੀਂ ਕਿਸੇ ਦੇ ਨਾਲ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਬਾਣੀ ਵਿੱਚ ਬਚਨ ਕੀਤੇ, ਕਹਿਣ ਲੱਗੇ ਭਾਈ ਇਹ ਸਭ ਆਪਣੇ ਸੁਆਏ ਮਲਾਸਾ, ਇਹ ਦੁਨੀਆ ਦੇ ਲੋਕ ਸਿਰਫ ਆਪਣੇ ਮਤਲਬ ਵਾਸਤੇ ਤੇਰੇ ਨਾਲ ਮਿਲੇ ਹੋਏ, ਮਤਲਬ ਨਾ ਹੋਵੇ ਤੇ ਕੋਈ ਨਹੀਂ ਕਿਸੇ ਨੂੰ ਪੁੱਛਦਾ, ਕੋਈ ਨਹੀਂ ਕਿਸੇ ਨੂੰ ਜਾਣਦਾ। ਰਾਜਾ ਸੋਚਦਾ ਪਿਆ ਮੈਂ ਤੇ ਵੈਦ ਤੇ ਗੁੱਸਾ ਕਰਕੇ ਬੈਠ ਗਿਆ ਵੀ ਵੈਦ ਨੇ ਮੈਨੂੰ ਦਵਾਈ ਨਹੀਂ ਦਿੱਤੀ ਹੈ। ਵੈਦ ਆਪਣੀ ਜਗ੍ਹਾ ਤੇ ਠੀਕ ਹੈ ਕਿਉਂਕਿ ਦੁਨੀਆ ਦਾ ਕੰਮ ਚੱਲਦਾ ਹੀ ਪੈਸੇ ਨਾਲ ਹੈ। ਜੇ ਮੇਰੇ ਕੋਲ ਪੈਸਾ ਨਹੀਂ ਤੇ ਵੈਦ ਨੂੰ ਮੇਰੀ ਲੋੜ ਵੀ ਕੀ ਹੈ? ਮੈਨੂੰ ਦਵਾਈ ਦੀ ਲੋੜ ਹੈ, ਵੈਦ ਨੂੰ ਪੈਸੇ ਦੀ ਲੋੜ ਹੈ। ਮੇਰੇ ਕੋਲ ਅੱਜ ਪੈਸਾ ਹੁੰਦਾ ਤੇ ਵੈਦ ਨੇ ਦਵਾਈ ਦੇ ਦੇਣੀ, ਤੇ ਪੈਸੇ ਬਿਨਾਂ ਤੇ ਸੰਸਾਰ ਦਾ ਰਿਸ਼ਤਾ ਕੋਈ ਨਹੀਂ ਹੈ। ਇਹ ਗੱਲ ਮਨ ਵਿੱਚ ਸੋਚ ਕੇ ਤੇ ਪਿੱਛੇ ਨੂੰ ਮੁੜਿਆ, ਘਰ ਨੂੰ ਜਾਂਦਾ ਪਿਆ। ਰਸਤੇ ਵਿੱਚ ਕੋਈ ਫਕੀਰ ਮਿਲ ਗਿਆ, ਕੋਈ ਸਾਧੂ ਮਿਲ ਗਿਆ। ਉਹਨੇ ਲੱਤ ਵਿੱਚੋਂ ਖੂਨ ਨਿਕਲਦਾ ਵੇਖ ਕੇ ਪੁੱਛਿਆ, ਰਾਜਾ ਕੀ ਹੋਇਆ? ਕਹਿਣ ਲੱਗਾ ਜੀ ਗਿੱਦੜ ਨੇ ਲੱਤ ਨੂੰ ਚੱਕ ਪਾਇਆ, ਮੈਂ ਤੇ ਜ਼ਖਮੀ ਹੋ ਗਿਆ ਤੇ ਸੋਟੀ ਦੇ ਨਾਲ ਮੈਂ ਲੰਗੜਾ ਕੇ ਤੁਰਦਾ ਪਿਆ। ਕਹਿਣ ਲੱਗੇ ਉਸ ਫਕੀਰ ਨੇ ਲਿਆ ਕੇ ਲੇਪ ਨਾ ਦਵਾਈ ਦਾ ਤੇ ਲੱਤ ਦੇ ਉੱਪਰ ਲਾਇਆ, ਤੇ ਉਸ ਵੇਲੇ ਜਦੋਂ ਲੇਪ ਲਾਇਆ ਕਹਿਣ ਲੱਗੇ ਇੰਨੇ ਚਿਰ ਨੂੰ ਰਾਜੇ ਦੀ ਜਾਗ ਖੁੱਲ੍ਹ ਗਈ, ਅੱਖਾਂ ਖੁੱਲ੍ਹ ਗਈਆਂ, ਨੀਂਦ ਟੁੱਟ ਗਈ। ਛੇਤੀ ਨਾਲ ਆਪਣੀ ਲੱਤ ਨੂੰ ਵੇਖਿਆ, ਲੱਤ ਵੀ ਸਹੀ ਸਲਾਮਤ ਹੈ, ਕੋਈ ਜ਼ਖਮ ਨਹੀਂ, ਕੋਈ ਲੇਪ ਨਹੀਂ। ਮਨ ਵਿੱਚ ਸੋਚਦਾ ਤੇ ਬੜਾ ਹੈਰਾਨ ਹੁੰਦਾ ਹੈ ਕਿ ਮੇਰੇ ਕੋਲ ਰਾਜ ਭਾਗ ਹੈ, ਮੈਂ ਸਿੰਘਾਸਣ 'ਤੇ ਬੈਠਾ, ਚਾਰ ਚਫੇਰੇ ਫੌਜਾਂ ਬੈਠੀਆਂ ਹੋਈਆਂ, ਧਨ ਦੇ ਖਜ਼ਾਨੇ ਭਰੇ ਹੋਏ, ਮਾਇਆ ਦੀ ਕਮੀ ਕੋਈ ਨਹੀਂ ਹੈ। ਇਹ ਸੁਪਨਾ ਮੈਨੂੰ ਕਿਸ ਤਰ੍ਹਾਂ ਦਾ ਆਇਆ ਵੀ ਸੁਪਨੇ ਦੇ ਵਿੱਚ ਮੈਂ ਇਕੱਲਾ ਹੀ ਖਲੋਤਾ ਹੋਇਆ, ਮੇਰੀ ਫੌਜ ਨੇ ਮੈਨੂੰ ਬਚਾਇਆ ਕੋਈ ਨਹੀਂ, ਗਿੱਦੜ ਨੇ ਮੇਰੀ ਲੱਤ ਨੂੰ ਵੱਢਿਆ, ਗਿੱਦੜ ਕੋਲੋਂ ਮੈਂ ਆਪਣੇ ਆਪ ਹੀ ਛੁੱਟਿਆ ਹਾਂ। ਵੈਦ ਨੇ ਮੈਨੂੰ ਦਵਾਈ ਨਹੀਂ ਦਿੱਤੀ ਪੈਸੇ ਨਾ ਹੋਣ ਕਰਕੇ। ਇੱਕ ਫਕੀਰ ਨੇ ਮੇਰੇ 'ਤੇ ਤਰਸ ਕੀਤਾ ਹੈ, ਪਰ ਜਦੋਂ ਮੈਨੂੰ ਜਾਗ ਆਈ ਨਾ ਉੱਥੇ ਫਕੀਰ ਦਿਸਿਆ, ਨਾ ਉੱਥੇ ਗਿੱਦੜੀ ਹੈ, ਨਾ ਕੋਈ ਉੱਥੇ ਫੌਜ ਹੈ, ਨਾ ਕੋਈ ਉੱਥੇ ਦੁੱਖ ਹੈ। ਬੜਾ ਹੈਰਾਨ ਹੋਇਆ। ਭਗਤ ਰਵਿਦਾਸ ਜੀ ਉਹਦਾ ਜ਼ਿਕਰ ਇੱਥੇ ਕਰਦੇ ਪਏ, ਕਹਿਣ ਲੱਗੇ ਨਰਪਤ ਏਕ ਸਿੰਘਾਸਨ ਸੋਇਆ। ਨਰਪਤ, ਨਰ ਨਾਮ ਮਨੁੱਖ ਦਾ, ਮਨੁੱਖਾਂ ਦਾ ਪਤੀ ਜਿਹੜਾ ਮਾਲਕ ਹੈ ਉਹ ਹੁੰਦਾ ਰਾਜਾ। ਕਹਿਣ ਲੱਗੇ ਰਾਜਾ ਆਪਣੇ ਸਿੰਘਾਸਣ 'ਤੇ ਬੈਠਾ ਬੈਠਾ ਸੌਂ ਗਿਆ, ਤੇ ਸੁੱਤੇ ਹੋਏ ਨੂੰ ਕੀ ਹੋਇਆ? ਸੁਪਨੇ ਭਇਆ ਭਿਖਾਰੀ। ਸੁੱਤੇ ਨੂੰ ਸੁਪਨਾ ਆ ਗਿਆ ਵੀ ਮੈਂ ਤੇ ਭਿਖਾਰੀ ਬਣ ਗਿਆ, ਮੰਗਤਾ ਬਣ ਗਿਆ, ਮੇਰੇ ਕੋਲ ਤੇ ਇਲਾਜ ਕਰਾਉਣ ਵਾਸਤੇ ਇੱਕ ਟਕਾ ਵੀ ਨਹੀਂ ਹੈ। ਕਹਿਣ ਲੱਗੇ ਐਸੀ ਹਾਲਤ ਰਾਜੇ ਦੀ ਹੋਈ ਹੈ। ਅਛਤ ਰਾਜ ਬਿਛਰਤ ਦੁੱਖ ਪਾਇਆ। ਅਛਤ ਰਾਜ ਤੋਂ ਭਾਵ ਹੁੰਦਾ ਗੁਰਮੁਖੋ ਵੀ ਸਭ ਕੁਝ ਕੋਲ ਹੁੰਦਿਆਂ ਸੁੰਦਿਆਂ
ਰਾਜੇ ਦੇ ਕੋਲ ਹੈ ਆ, ਫੌਜਾਂ ਵੀ ਉਸੇ ਤਰ੍ਹਾਂ ਖਲੋਤੀਆਂ ਹੋਈਆਂ, ਕਿਲੇ ਵੀ ਉਸੇ ਤਰ੍ਹਾਂ ਰਾਜੇ ਦੇ ਕੋਲ ਨੇ, ਧਨ ਦੇ ਖਜ਼ਾਨੇ ਵੀ ਰਾਜੇ ਦੇ ਕੋਲ ਹੀ ਨੇ, ਸਾਰਾ ਕੁਝ ਕੋਲ ਹੈ। ਪਰ ਕਹਿਣ ਲੱਗੇ ਅਛਤ ਰਾਜ ਵਿਚਰਤ ਦੁੱਖ ਪਾਇਆ। ਸਾਰਾ ਕੁਝ ਕੋਲ ਹੁੰਦਿਆਂ ਰਾਜੇ ਨੇ ਸੁਪਨੇ ਦੇ ਵਿੱਚ ਇਹ ਜਾਣਿਆ ਵੀ ਮੇਰੇ ਕੋਲ ਕੁਝ ਨਹੀਂ ਹੈ, ਮੈਂ ਤੇ ਗਰੀਬ ਤੇ ਮੰਗਤਾ, ਦਵਾਈ ਲੈਣ ਵਾਸਤੇ ਵੀ ਟਕਾ ਕੋਲ ਕੋਈ ਨਹੀਂ ਹੈ। ਇਹ ਗੱਲ ਵੇਖ ਕੇ ਰਾਜੇ ਨੇ ਰਾਜ ਭਾਗ ਤੇ ਬੈਠਿਆਂ ਹੋਇਆਂ ਹੀ ਸਾਰਾ ਦੁੱਖ ਇੱਕ ਸੁਪਨੇ ਵਿੱਚ ਹੀ ਵੇਖ ਲਿਆ, ਪਾ ਲਿਆ। ਹੈ ਸਾਰਾ ਕੁਝ ਕੋਲ, ਪਰ ਸੁਪਨੇ ਵਿੱਚ ਕੁਝ ਵੀ ਕੋਲ ਨਹੀਂ। ਅਛਤ ਰਾਜ ਵਿਚਰਤ ਦੁੱਖ ਪਾਇਆ। ਉਸ ਰਾਜੇ ਨੇ ਸਾਰੇ ਪਦਾਰਥ ਜਾਣ ਦਾ ਦੁੱਖ ਸੁਪਨੇ ਦੇ ਵਿੱਚ ਪਾ ਕੇ ਬੜਾ ਭਾਰੀ ਦੁਖੀ ਹੋਇਆ ਹੈ। ਸੋ ਗਤ ਭਈ ਹਮਾਰੀ। ਇਸੇ ਤਰ੍ਹਾਂ ਇਹੋ ਹੀ ਸਾਡੀ ਗਤ ਹੋਈ ਹੈ, ਇਹੋ ਹੀ ਸਾਡੀ ਹਾਲਤ ਹੈ ਕਿ ਪ੍ਰਮਾਤਮਾ ਇਹ ਆਪ ਜੀ ਦੇ ਇਹ ਸਾਰੇ ਕੌਤਕ ਹਨ, ਜਿਨ੍ਹਾਂ ਨੂੰ ਵੇਖ ਕੇ, ਜਿਨ੍ਹਾਂ ਨੂੰ ਕਰਕੇ ਸਾਡੀ ਐਸੀ ਹਾਲਤ ਹੋ ਜਾਂਦੀ ਹੈ। ਇਸੇ ਤਰ੍ਹਾਂ ਗੁਰਮੁਖੋ ਇਹ ਜੀਵ ਰੂਪੀ ਰਾਜਾ ਹੈ। ਇਹ ਜਿਹੜਾ ਜੀਵ ਹੈ ਨਾ, ਇਹ ਰਾਜਾ ਹੈ। ਤੇ ਕਹਿਣ ਲੱਗੇ ਇਹ ਜਿਹੜਾ ਜੀਵ ਰੂਪੀ ਰਾਜਾ ਹੈ ਅੰਤਹਿਕਰਨ ਰੂਪੀ ਸੇਜਾ ਦੇ ਉੱਪਰ ਸੁਤਾ ਹੋਇਆ। ਤੇ ਕਹਿਣ ਲੱਗੇ ਜਦੋਂ ਇਹ ਰਾਜਾ ਜੀਵ ਅੰਤਹਿਕਰਨ ਰੂਪੀ ਸੇਜਾ ਤੇ ਸੁਤਾ ਹੈ, ਤੇ ਕਹਿਣ ਲੱਗੇ ਅਵਿਦਿਆ ਦੀ ਨੀਂਦ ਆ ਗਈ। ਅਵਿਦਿਆ ਕੀ ਹੈ? ਪਰਮਾਤਮਾ ਦਾ ਗਿਆਨ ਭੁੱਲ ਜਾਣਾ, ਮਨ ਤੋਂ ਜੋਤ ਸਰੂਪ ਹੈ ਇਹ ਗੱਲ ਭੁੱਲ ਜਾਣੀ, ਨਿਕਲ ਜਾਣੀ ਦਿਮਾਗ ਦੇ ਵਿੱਚੋਂ। ਸੋ ਕਹਿਣ ਲੱਗੇ ਅਵਿਦਿਆ ਆ ਗਈ। ਅਵਿਦਿਆ ਦੀ ਨੀਂਦ ਸੌਣ ਦੇ ਵਿੱਚ ਇਹ ਜੀਵ ਰੂਪੀ ਰਾਜਾ ਜਿਹੜਾ ਭਿਖਾਰੀ ਬਣ ਗਿਆ, ਮੰਗਤਾ ਬਣ ਗਿਆ। ਇਹਦੇ ਕੋਲ ਹੈ ਸਾਰਾ ਕੁਝ ਹੀ ਹੈ। ਕੀ ਹੈ ਇਹਦੇ ਕੋਲ? ਸਵਾਸਾਂ ਦਾ ਧਨ ਇਹਦੇ ਕੋਲ ਹੈ, ਨਾਮ ਜਿਹੜਾ ਪਰਮਾਤਮਾ ਦਾ ਉਹ ਵੀ ਇਹਦੇ ਕੋਲ ਹੈ, ਬ੍ਰਹਮ ਦੀ ਪ੍ਰਾਪਤੀ ਹੋ ਜਾਣੀ ਉਹ ਵੀ ਧਨ ਇਹਦੇ ਕੋਲ ਹੈ। ਸਾਰਾ ਕੁਝ ਕੋਲ ਹੁੰਦਿਆਂ ਨਾ ਇਹਨੇ ਸਵਾਸਾਂ ਨੂੰ ਇਸਤੇਮਾਲ ਕੀਤਾ ਨਾਮ ਦੇ ਵੱਲ, ਨਾ ਇਹਨੇ ਨਾਮ ਜਪਿਆ, ਨਾ ਇਹਨੇ ਬ੍ਰਹਮ ਦੀ ਪ੍ਰਾਪਤੀ ਕੀਤੀ। ਕਹਿਣ ਲੱਗੇ ਸੋ ਗਤ ਭਈ ਹਮਾਰੀ। ਜਿਵੇਂ ਰਾਜਾ ਤਖਤ ਤੇ ਬੈਠਾ ਹੋਇਆ ਭਿਖਾਰੀ ਬਣ ਕੇ ਤੇ ਦੁਖੀ ਹੋਇਆ ਫਿਰਦਾ ਹੈ ਸਾਰਾ ਕੁਝ ਪਰ ਸੁੱਖ ਨਹੀਂ ਲੈ ਸਕਿਆ, ਇਸੇ ਤਰ੍ਹਾਂ ਹੈ ਬੰਦਿਆ ਤੇਰੇ ਕੋਲ ਵੀ ਸਾਰਾ ਕੁਝ ਹੀ ਹੈ। ਰੱਬ ਨੇ ਸਰੀਰ ਦਿੱਤਾ, ਰੱਬ ਨੇ ਘਰ ਦਿੱਤਾ, ਰੱਬ ਨੇ ਸਵਾਸ ਦਿੱਤੇ, ਪ੍ਰਮਾਤਮਾ ਨੇ ਤੈਨੂੰ ਦੁੱਖ ਤੇ ਸੁੱਖ ਵਾਸਤੇ ਮੈਂਬਰ ਦੇ ਦਿੱਤੇ। ਮੁਖ ਪਿਆਓ ਬੈਠ ਕੋ ਦੈਨ, ਜਿਹੜੇ ਬੈਠਿਆਂ ਤੇਰੇ ਮੂੰਹ ਦੇ ਵਿੱਚ ਪਾਣੀ ਤੇ ਪ੍ਰਸ਼ਾਦਾ ਪਾ ਸਕਦੇ। ਇਹ ਸਾਰੀਆਂ ਦਾਤਾਂ ਪਰਮਾਤਮਾ ਨੇ ਦਿੱਤੀਆਂ, ਪਰ ਤੂੰ ਉਹਦੇ ਨਾਮ ਨੂੰ ਨਹੀਂ ਨਾ ਜਪਿਆ। ਇਸ ਕਰਕੇ ਇਹ ਜਿਹੜਾ ਸਰੂਪ ਹੈ ਬ੍ਰਹਮ ਸਰੂਪ ਦੀ ਤੈਨੂੰ ਪ੍ਰਾਪਤੀ ਨਹੀਂ ਹੋਈ, ਐਸੀ ਤੇਰੀ ਹਾਲਤ ਬਣੀ ਹੈ। ਕਹਿਣ ਲੱਗੇ ਸੋ ਗਤ ਭਈ ਹਮਾਰੀ। ਕਹਿਣ ਲੱਗੇ ਉਹ ਸਾਡੀ ਗਤ ਹੋਈ ਹੈ। ਇਸ ਤਰ੍ਹਾਂ ਇਹ ਭਗਤ ਜੀ ਇੱਥੇ ਬਚਨ ਕਰਕੇ ਤੇ ਦੱਸਦੇ ਨੇ ਵੀ ਇਹ ਜੀਵ ਨੂੰ ਕੀ ਘਾਟਾ ਪੈਂਦਾ ਹੈ। ਰਾਜ ਭਯੰ ਪ੍ਰਸੰਗ ਜੈਸੇ ਹੈ ਅਬ ਕਿਛ ਮਰਮ ਜਨਾਇਆ। ਭਗਤ ਰਵਿਦਾਸ ਜੀ ਕਹਿਣ ਲੱਗੇ ਭਾਈ ਇਹ ਜਿਹੜਾ ਭਰਮ ਹੈ ਨਾ, ਇਹ ਰਾਜ ਭਯੰਗ, ਰਾਜ ਤੋਂ ਭਾਵ ਹੁੰਦਾ ਰੱਜੂ। ਰੱਜੂ ਗੁਰਮੁਖੋ ਕਹਿੰਦੇ ਰੱਸੀ ਨੂੰ। ਕਹਿਣ ਲੱਗੇ ਰੱਸੀ ਰਾਤ ਨੂੰ ਹਨੇਰੇ ਵਿੱਚ ਪਈ ਹੈ ਨਾ, ਲਾਈਟ ਘੱਟ ਹੋਵੇ, ਚਾਨਣ ਘੱਟ ਹੋਵੇ ਤੇ ਰੱਸੀ ਪਈ ਹੋਈ ਇਸ ਤਰ੍ਹਾਂ ਲੱਗਦਾ ਜਿਵੇਂ ਸੱਪ ਬੈਠਾ ਹੋਇਆ, ਸੱਪ ਪਿਆ ਹੋਇਆ। ਰਾਜ ਭਯੰਗ, ਭਯੰਗ ਕਹਿੰਦੇ ਸੱਪ ਨੂੰ। ਕਹਿਣ ਲੱਗੇ ਰਾਜ ਰੱਜੂ ਜਿਹੜੀ ਹੈ ਉਹ ਸੱਪ ਦਿਖਾਈ ਦਿੰਦੀ ਹੈ ਭਰਮ ਦੇ ਵਿੱਚ। ਸੋ ਪ੍ਰਸੰਗ ਜੈਸੇ ਹੈ, ਜਿਵੇਂ ਦਾ ਇਹ ਪ੍ਰਸੰਗ, ਇਹ ਗੱਲਾਂ, ਇਹ ਕਥਾਵਾਂ ਕਥਨ ਕੀਤੀਆਂ ਕਿ ਭੁਲੇਖੇ ਵਿੱਚ ਸੱਪ ਰੱਸੀ ਵੀ ਸੱਪ ਲੱਗਦੀ ਹੈ। ਕਹਿਣ ਲੱਗੇ ਫਿਰ ਜਦੋਂ ਲਾਈਟ ਜਗਾ ਕੇ ਦੇਖੀਦਾ ਨਾ ਚਾਨਣ ਕਰਕੇ, ਫਿਰ ਬੰਦਾ ਆਖਦਾ ਨਹੀਂ ਨਹੀਂ ਡਰੋ ਨਾ, ਇਹ ਸੱਪ ਨਹੀਂ ਇਹ ਤੇ ਰੱਸੀ ਹੈ। ਕਹਿਣ ਲੱਗੇ ਭਾਈ ਇਸੇ ਤਰ੍ਹਾਂ ਜਿੰਨਾ ਚਿਰ ਤੇਰੇ ਮਨ ਵਿੱਚ ਗੁਰਮੁਖਾ ਭਰਮ ਬਣਿਆ ਹੋਇਆ ਉਹਨਾਂ ਚਿਰ ਤੈਨੂੰ ਇਹ ਝੂਠੇ ਪਦਾਰਥ ਵੀ ਸੱਚੇ ਹੀ ਜਾਪਦੇ। ਇਹ ਮੇਰੇ ਮਾਂ-ਬਾਪ ਨੇ, ਇਹ ਭੈਣਾਂ ਭਰਾ, ਇਹ ਮੇਰਾ ਧਨ, ਇਹ ਮੇਰੀ ਮਾਇਆ, ਇਹ ਮੇਰਾ ਘਰ, ਇਹ ਮੇਰੇ ਆਪਣੇ ਰਿਸ਼ਤੇਦਾਰ ਸਾਕ ਸੰਬੰਧੀ, ਇਹ ਉਹਨਾਂ ਚਿਰ ਤੈਨੂੰ ਆਪਣੇ ਜਾਪਦੇ ਨੇ ਜਿੰਨਾ ਚਿਰ ਤੇਰੇ ਮਨ ਦੇ ਵਿੱਚ ਅਵਿਦਿਆ ਰੂਪੀ ਹਨੇਰਾ ਹੈ। ਤੈਨੂੰ ਸੱਚੇ ਲੱਗਦੇ ਪੈ ਵੀ ਇਹ ਸਾਰੇ ਮੇਰੇ ਨੇ। ਪਰ ਜਦੋਂ ਗਿਆਨ ਦਾ ਸੂਰਜ ਚੜ੍ਹੇਗਾ ਨਾ, ਗੁਰੂ ਕਿਰਪਾ ਕਰਕੇ ਗਿਆਨ ਬਖਸ਼ਿਸ਼ ਕਰ ਦੇਣਗੇ, ਗੁਰਮਤ ਦੇ ਦੇਣਗੇ, ਸੋਝੀ ਗਿਆਨ ਦੇ ਦੇਣਗੇ, ਫਿਰ ਤੈਨੂੰ ਪਤਾ ਲੱਗੇਗਾ ਵੀ ਨਹੀਂ ਇਹ ਸਭ ਆਪਣੇ ਸਵਾਏ ਮਲਾਸਾ, ਇਹ ਸਾਰੇ ਆਪਣੇ ਪ੍ਰਯੋਜਨ ਕਰਕੇ ਮਿਲੇ, ਅਸਲ ਵਿੱਚ ਮੇਰਾ ਕੋਈ ਵੀ ਨਹੀਂ ਹੈ। ਭਰਮ ਦੇ ਵਿੱਚ ਰੱਸੀ ਕਹਿਣ ਲੱਗੇ ਸੱਪ ਲੱਗਦੀ ਹੈ, ਤੇ ਭਰਮ ਦੇ ਵਿੱਚ ਬੰਦੇ ਨੂੰ ਇਹ ਜੀਵ ਜਿਹੜੇ ਨੇ ਸਾਰੇ ਆਪਣੇ
ਲੱਗਦੇ ਕਿ ਇਹ ਮੇਰੇ ਮਦਦਗਾਰ ਨੇ। ਰੱਬ ਨਾ ਕਰੇ ਕਿਤੇ ਬਿਪਤਾ ਦਾ ਸਮਾਂ, ਔਖਾ ਸਮਾਂ, ਸੰਕਟ ਦਾ ਆ ਜਾਵੇ, ਜਿਨ੍ਹਾਂ ਨੂੰ ਆਪਣੇ ਸਮਝਦਾ ਉਹ ਸਾਰੇ ਪਹਿਲਾਂ ਛੱਡ ਕੇ ਪਰੇ ਭੱਜ ਜਾਂਦੇ, ਦੌੜ ਜਾਂਦੇ। ਪਰ ਮਹਾਰਾਜ ਕਹਿਣ ਲੱਗੇ ਭਾਈ ਇਹ ਤੇ ਇੱਥੇ ਇੱਕ ਪ੍ਰਸੰਗ ਕਥਨ ਕੀਤਾ ਹੈ, ਇੱਕ ਇੱਥੇ ਸਾਖੀ ਸੁਣਾਈ ਹੈ, ਇੱਕ ਇੱਥੇ ਉਦਾਹਰਨ ਦਿੱਤੀ ਹੈ ਕਿ ਰੱਸੀ ਜਿਹੜੀ ਹੈ ਹਨੇਰੇ ਵਿੱਚ ਸੱਪ ਲੱਗਦੀ ਪਰ ਹੈ ਨਹੀਂ। ਇਸੇ ਤਰ੍ਹਾਂ ਰਾਜਾ ਸੁਪਨੇ ਵਿੱਚ ਸਿੰਘਾਸਨ 'ਤੇ ਬੈਠਾ ਸੌਂ ਗਿਆ ਤੇ ਭਿਖਾਰੀ ਹੈ ਪਰ ਭਿਖਾਰੀ ਹੈ ਨਹੀਂ, ਹੈ ਉਹ ਰਾਜਾ ਹੀ। ਕਹਿਣ ਲੱਗੇ ਇਸ ਤਰ੍ਹਾਂ ਭਾਈ ਇਹ ਭਰਮ ਦਾ ਰੂਪ ਹੈ, ਜੈਸਾ ਮਾਨੀਐ ਹੋਏ ਨਾ ਤੈਸਾ, ਮੰਨਿਆ ਕੁਝ ਹੋਰ ਹੋਇਆ ਕੁਝ ਹੋਰ, ਇਸ ਨੂੰ ਭਰਮ ਆਖਿਆ ਜਾਂਦਾ। ਕਹਿਣ ਲੱਗੇ ਅਬ ਕਿਛ ਮਰਮ ਜਨਾਇਆ, ਇਹ ਪਰਮਾਤਮਾ ਹੁਣ ਤੁਸੀਂ ਕਿਰਪਾ ਕੀਤੀ ਹੈ, ਮਰਮ ਕਹੀਏ ਆਪਣਾ ਭੇਦ ਮੈਨੂੰ ਜਨਾ ਦਿੱਤਾ ਹੈ, ਆਪਣੇ ਸਰੂਪ ਦੀ ਪ੍ਰਾਪਤੀ ਮੈਨੂੰ ਕਰਵਾ ਦਿੱਤੀ ਹੈ। ਹੁਣ ਮੇਰੇ ਮਨ ਵਿੱਚੋਂ ਭਰਮ, ਹਮਾਰਾ ਭਰਮ ਗਿਆ ਭਉ ਭਾਗਾ, ਸਾਡਾ ਭਰਮ ਚਲੇ ਗਿਆ, ਡਰ ਵੀ ਖਤਮ ਹੋ ਗਿਆ, ਕਿਉਂਕਿ ਭਰਮ ਕੇ ਪਰਦੇ ਸਤਿਗੁਰ ਖੋਲੇ, ਗੁਰੂ ਨੇ ਕਿਰਪਾ ਕੀਤੀ ਹੈ, ਭਰਮ ਦੇ ਪਰਦੇ ਖੋਲ ਕੇ ਦੂਰ ਕਰ ਦਿੱਤੇ। ਆਪ ਜੀ ਨੇ ਐਸਾ ਗਿਆਨ ਬਖਸ਼ਿਸ਼ ਕੀਤਾ ਹੈ। अनक कटक जैसे भूल परे अब कहते ਕਹਿ ਨਾ ਆਇਆ। ਸੋ ਭਗਤ ਰਵਿਦਾਸ ਜੀ ਕਹਿਣ ਲੱਗੇ ਭਰਮ ਦੂਰ ਕਿਵੇਂ ਹੋਇਆ, ਪਹਿਲਾਂ ਭਰਮ ਕੀ ਸੀ ਤੇ ਹੁਣ ਦੂਰ ਕਿਵੇਂ ਹੋਇਆ। ਬਚਨ ਕਰਦੇ ਕਹਿਣ ਲੱਗੇ ਅਨਕ ਕਟਕ, ਅਨਕ ਤੋਂ ਭਾਵ ਗੁਰਮੁਖੋ ਨਾਮ ਸੋਨੇ ਦਾ ਹੈ। ਕਹਿਣ ਲੱਗੇ ਸੋਨੇ ਦੇ, ਸੋ ਕਹਿਣ ਲੱਗੇ ਜਿਹੜੇ ਕਟਕ ਕੜੇ ਨੇ ਜਾਂ ਸੋਨੇ ਦੇ ਅਨੇਕ ਤਰ੍ਹਾਂ ਦੇ ਜਿਹੜੇ ਗਹਿਣੇ ਨੇ, ਮੰਨ ਲਓ ਕੜਾ ਹੈ, ਝਾਂਜਰ ਹੈ, ਵਾਲੀਆਂ ਨੇ, ਇਸੇ ਤਰ੍ਹਾਂ ਹੋਰ ਮੁੰਦਰੀਆਂ, ਛੱਲੇ ਇਤਿਆਦਿ। ਜਦੋਂ ਸੋਨੇ ਦੇ ਗਹਿਣੇ ਬਣ ਗਏ, ਆਪਾਂ ਕਿਸੇ ਨੂੰ ਜਾ ਕੇ ਵਿਖਾਏ ਵੀ ਇਹ ਕਿਵੇਂ ਦੇ ਨੇ, ਉਹਨੇ ਇਹ ਨਹੀਂ ਕਹਿਣਾ ਵੀ ਇਹ ਸੋਨਾ ਬੜਾ ਚੰਗਾ, ਸੋਨਾ ਬੜਾ ਸੋਹਣਾ, ਉਹਨੇ ਇਹ ਕਹਿਣਾ ਵੀ ਇਹ ਨੱਥ ਬੜੀ ਚੰਗੀ ਹੈ, ਪੰਜੇਬ ਬੜੀ ਸੋਹਣੀ ਹੈ, ਇਹ ਕੜਾ ਬੜਾ ਸੋਹਣਾ ਹੈ, ਮੁੰਦਰੀ ਬੜੀ ਸੋਹਣੀ ਹੈ। ਪਰ ਕਹਿਣ ਵਾਲੇ ਨੇ ਇਹ ਨਹੀਂ ਕਿਹਾ ਕਿ ਇਹ ਸੋਨਾ ਬੜਾ ਸੋਹਣਾ, ਕਿਉਂਕਿ ਸੋਨਾ ਤੇ ਉਹਨੂੰ ਦਿਸਿਆ ਹੀ ਨਹੀਂ, ਉਹਨੂੰ ਦਿਸੇ ਨੇ ਬਣੇ ਹੋਏ ਗਹਿਣੇ। ਤੇ ਪਰ ਕਹਿਣ ਲੱਗੇ ਉਹੀ ਗਹਿਣਾ ਜਦੋਂ ਸੁਨਿਆਰੇ ਕੋਲ ਲੈ ਕੇ ਗਏ ਨਾ, ਵੀ ਸੁਨਿਆਰਿਆ ਦੱਸ ਇਹ ਕੀ ਹੈ, ਸੁਨਿਆਰਾ ਇਹ ਨਹੀਂ ਕਹਿੰਦਾ ਵੀ ਇਹ ਮੁੰਦਰੀ ਹੈ ਕਿ ਕੜਾ ਹੈ ਕਿ ਕੀ ਹੈ। ਸੁਨਿਆਰਾ ਟੋਹ ਕੇ ਇਹ ਵੇਖਦਾ ਵੀ ਇਹ ਖਰਾ ਕਿੰਨਾ ਕੁ ਹੈ ਤੇ ਇਹਦੇ ਵਿੱਚ ਮਿਲਾਵਟ ਕਿੰਨੀ ਕੁ ਹੈ, ਇਹ ਸੋਨਾ ਕਿੰਨਾ ਕੁ ਹੈ ਤੇ ਪਿੱਤਲ ਤਾਂਬਾ ਇਹਦੇ ਵਿੱਚ ਕਿੰਨਾ ਕੁ ਹੈ। ਗਹਿਣਾ ਉਹੀ ਹੈ ਜਿਹੜਾ ਅਸੀਂ ਵੇਖਿਆ, ਗਹਿਣਾ ਉਹੀ ਹੈ ਜਿਹੜਾ ਸੁਨਿਆਰੇ ਨੇ ਵੇਖਿਆ। ਸਾਡੇ ਵੇਖਣ ਦੇ ਵਿੱਚ ਤੇ ਸੁਨਿਆਰੇ ਦੇ ਵੇਖਣ ਵਿੱਚ ਫਰਕ ਇਹ ਹੈ, ਅਸੀਂ ਗਹਿਣੇ ਨੂੰ ਕੇਵਲ ਗਹਿਣਾ ਕਰਕੇ ਜਾਣਿਆ ਵੀ ਇਹ ਛਾਪ ਛੱਲਾ ਜਾਂ ਕੜਾ ਮੁੰਦਰੀ ਹੈ, ਪਰ ਸੁਨਿਆਰੇ ਨੇ ਉਸ ਨੂੰ ਗਹਿਣਾ ਨਹੀਂ, ਉਸ ਨੂੰ ਸੋਨਾ ਵੇਖਿਆ ਵੀ ਇਹਦੇ ਵਿੱਚ ਮਿਲਾਵਟ ਕਿੰਨੀ ਹੈ ਤੇ ਇਹਦੇ ਵਿੱਚ ਅਸਲੀਅਤ ਕਿੰਨੀ ਹੈ। ਮਹਾਰਾਜ ਇੱਥੇ ਬਚਨ ਕਰਦੇ ਕਹਿਣ ਲੱਗੇ ਅਨਕ ਕਟਕ ਜੈਸੇ ਭੂਲ ਪਰੇ, ਅਨੇਕ ਤਰ੍ਹਾਂ ਦੇ ਗਹਿਣੇ ਵੇਖ ਕੇ ਬੰਦਾ ਭੁੱਲ ਜਾਂਦਾ ਵੀ ਇਹ ਸੋਨਾ ਹੈ ਕਿ ਕੀ ਹੈ। ਪਰ ਜਦੋਂ ਉਹ ਸੋਨੇ ਦੇ ਗਹਿਣਿਆਂ ਨੂੰ ਸੁਨਿਆਰ ਨੇ ਪਾਇਆ ਨਾ, ਕੁਠਾਲੀ ਦੇ ਵਿੱਚ ਦਿੱਤਾ ਸੇਕ, ਤੇ ਕਹਿਣ ਲੱਗੇ ਭਾਵੇਂ ਉਹ ਝਾਂਜਰਾਂ ਸਨ, ਭਾਵੇਂ ਉਹ ਕੜੇ ਸਨ, ਭਾਵੇਂ ਮੁੰਦਰੀਆਂ ਕਾਂਟੇ ਵਾਲੀਆਂ ਜੋ ਵੀ ਸਨ, ਉਹ ਸਾਰੀਆਂ ਪਿੰਗਲ ਕੇ ਪਾਣੀ ਬਣ ਗਈਆਂ ਤੇ ਕੇਵਲ ਸੋਨੇ ਦਾ ਰੂਪ ਹੀ ਹੋ ਗਈਆਂ। ਮੈਲ ਜਿਹੜੀ ਉਹ ਵੱਖਰੀ ਹੋ ਗਈ, ਸੋਨਾ ਵੱਖਰਾ ਹੋ ਗਿਆ। ਪਰ ਉਹਦੇ ਵਾਸਤੇ ਸੁਨਿਆਰੇ ਕੋਲ ਇਹ ਸਾਰਾ ਯੋਜਨਾਬੱਧ ਤਰੀਕਾ ਹੈ, ਸੁਨਿਆਰਾ ਹੀ ਇਹ ਕੰਮ ਕਰ ਸਕਦਾ, ਸਾਡੇ ਤੋਂ ਨਹੀਂ ਹੋ ਸਕਦਾ। ਕਹਿਣ ਲੱਗੇ ਇਸੇ ਤਰ੍ਹਾਂ ਭਾਈ ਇਹ ਜਿਹੜੇ ਸੰਸਾਰ ਦੇ ਲੋਕ ਨੇ, ਇਹਨਾਂ ਦੀ ਨਜ਼ਰ ਵਿੱਚ ਪ੍ਰਮਾਤਮਾ ਕੁਝ ਹੋਰ ਹੈ, ਜੀਵ ਕੁਝ ਹੋਰ ਹੈ, ਮਾਇਆ ਕੁਝ ਹੋਰ ਹੈ, ਪਦਾਰਥ ਕੁਝ ਹੋਰ। ਪਰ ਜਦੋਂ ਗੁਰੂ ਦੇ ਕੋਲ ਚਲੇ ਜਾਈਏ ਜਾਂ ਕਿਸੇ ਸੰਤ ਮਹਾਤਮਾ ਦੇ ਕੋਲ ਚਲੇ ਜਾਈਏ ਤੇ ਉਹ ਫਿਰ ਇਹ ਬਚਨ ਕਰਦੇ ਕਹਿਣ ਲੱਗੇ ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਹੈ ਚਾਨਣ ਹੋਏ। ਬ੍ਰਹਮ ਸਰੋਤਰੀ ਬ੍ਰਹਮ ਨਰੇਸ਼ਟੀ ਗੁਰੂ ਮਿਲ ਜਾਵੇ ਤੇ ਫਿਰ ਇਹ ਸੋਝੀ ਹੋ ਜਾਂਦੀ ਹੈ ਵੀ ਸਭ ਮੈਂ ਏਕ ਖੁਦਾਏ, ਸਾਰਿਆਂ ਦੇ ਵਿੱਚ ਇੱਕ ਖੁਦਾ ਹੈ, ਸਾਰਿਆਂ ਵਿੱਚ ਇੱਕ ਪਰਮਾਤਮਾ ਹੈ। ਜੋ ਸਭ ਮੈਂ ਏਕ ਖੁਦਾਏ ਕਹਿ ਤੋ ਕਿਉਂ ਮੁਰਗੀ ਮਾਰੇ। ਭਗਤਾਂ ਨੇ ਉਹ ਤਾਂ ਬਚਨ ਕੀਤੇ ਕਿਉਂਕਿ ਉਹਨਾਂ ਨੇ ਵੇਖ ਲਿਆ ਵੀ ਸਾਰਿਆਂ ਵਿੱਚ ਬ੍ਰਹਮ ਹੈ। ਜਿਵੇਂ ਸੁਨਿਆਰੇ ਨੇ ਵੇਖ ਲਿਆ ਵੀ ਸਾਰੇ ਸੋਨਿਆਂ ਸਾਰੇ ਗਹਿਣਿਆਂ ਵਿੱਚ ਸੋਨਾ ਹੀ ਹੈ, ਇਸੇ ਤਰ੍ਹਾਂ ਸੰਤ ਮਹਾਤਮਾ ਗੁਰਮੁਖ ਵੇਖ ਲੈਂਦੇ ਕਿ ਸਾਰੇ ਜੀਵਾਂ ਦੇ ਵਿੱਚ ਪਰਮਾਤਮਾ ਹੀ ਹੈ, ਉਹਦੇ ਬਿਨਾਂ ਕੋਈ ਦੂਜਾ ਹੈ ਹੀ ਨਹੀਂ। ਸਾਡੀ ਦ੍ਰਿਸ਼ਟੀ ਵਿੱਚ ਵੱਖੋ ਵੱਖਰੇ ਅਸੀਂ ਸਰੀਰ ਹਾਂ, ਵੱਖੋ ਵੱਖਰੇ ਜੀਵ ਹਾਂ,
ਪਰ ਕਹਿਣ ਲੱਗੇ ਰੱਬ ਦੇ ਪਿਆਰਿਆਂ ਦੇ ਵਿੱਚ ਸਾਰੇ ਇੱਕੋ ਕੁਝ ਹੀ ਨੇ, ਰੱਬ ਦਾ ਰੂਪ ਨੇ। ਜਿਵੇਂ ਸਾਡੀ ਦ੍ਰਿਸ਼ਟੀ ਵਿੱਚ ਗਹਿਣਾ ਵੱਖਰਾ ਤੇ ਸੋਨਾ ਵੱਖਰਾ ਹੈ, ਸੁਨਿਆਰੇ ਦੀ ਸੋਚਣੀ ਵੇਖਣੀ ਦੇ ਵਿੱਚ ਸਾਰੇ ਗਹਿਣੇ ਸੋਨਾ ਹੀ ਨੇ, ਇਸੇ ਤਰ੍ਹਾਂ ਸਾਡੀ ਦ੍ਰਿਸ਼ਟੀ ਵਿੱਚ ਦੁਨੀਆ ਵੱਖਰੀ, ਮਾਇਆ ਵੱਖਰੀ ਹੈ, ਮੇਰਾ ਇਹ ਬਗਾਨਾ। ਪਰ ਜਿਹੜੇ ਮਹਾਤਮਾ ਗੁਰਮੁਖ ਹੋਇਆ ਕਰਦੇ ਉਹਨਾਂ ਦੀ ਦ੍ਰਿਸ਼ਟੀ ਵਿੱਚ ਗੁਰਮੁਖੋ ਸਾਰੇ ਰੱਬ ਹੀ ਹੈ, ਸਾਰਿਆਂ ਥਾਵਾਂ 'ਤੇ ਪਰਮਾਤਮਾ ਹੀ ਹੈ। ਐਸੀ ਉਹਨਾਂ ਦੀ ਦ੍ਰਿਸ਼ਟੀ ਬਣ ਜਾਂਦੀ ਹੈ। ਕਹਿਣ ਲੱਗੇ ਅਬ ਕਹਤੇ ਕਹਿਣ ਨਾ ਆਇਆ, ਹੁਣ ਕੁਝ ਵੀ ਗੱਲ ਕਹਿਣ ਵਿੱਚ ਨਹੀਂ ਆਉਂਦੀ, ਕਿਉਂਕਿ ਕਿਹਨੂੰ ਮਾੜਾ ਕਿਹਨੂੰ ਚੰਗਾ ਕਹੀਏ, ਸਾਰਿਆਂ ਵਿੱਚ ਪਰਮਾਤਮਾ ਤੂੰ ਆਪ ਵਸਿਆ ਹੋਇਆ ਹੈ। ਸਰਬੇ ਏਕ ਨੈਕਾ ਸੁਆਮੀ, ਸਭ ਘਟ ਭੋਗਵੇ ਸੋਈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਉਹ ਪਰਮਾਤਮਾ ਜਿਹੜਾ ਗੁਰਮੁਖੋ ਸਾਰਿਆਂ ਦੇ ਵਿੱਚ ਸਰਬੈ ਏਕ, ਇੱਕ ਪਰਮਾਤਮਾ ਅਨੇਕਾ ਸੁਆਮੀ, ਅਨੇਕਾਂ ਦੇ ਵਿੱਚ ਕਈ ਰੂਪ ਹੋ ਕੇ ਬੈਠਾ ਹੋਇਆ, ਕਈਆਂ ਰੂਪਾਂ ਵਿੱਚ ਉਹ ਪਰਮਾਤਮਾ ਹੈ ਇੱਕੋ ਹੀ। ਸਭ ਘਟ ਭੁਗਵੈ ਸੋਈ, ਸਾਰਿਆਂ ਵਿੱਚ ਬੈਠਾ ਹੋਇਆ, ਉਹ ਪਦਾਰਥਾਂ ਨੂੰ ਭੋਗਦਾ ਮੰਨਦਾ ਆਪ ਹੈ। ਕਹਿ ਰਵਿਦਾਸ ਹਾਥ ਪੈ ਨੇਰਿਆ, ਸਹਿਜੇ ਹੋਏ ਸੋਈ। ਭਗਤ ਰਵਿਦਾਸ ਜੀ ਕਹਿਣ ਲੱਗੇ ਜਿਨ੍ਹਾਂ ਦਾ ਮਨ ਰੂਪੀ ਹੱਥ ਪਰਮਾਤਮਾ ਨੂੰ ਪੈ ਗਿਆ ਨਾ, ਜਿਵੇਂ ਅਸੀਂ ਕਿਸੇ ਵਸਤੂ ਨੂੰ ਹੱਥ ਪਾ ਲਈਏ ਤੇ ਆਖੀਦਾ ਇਹ ਮੇਰੀ ਹੈ, ਮੇਰਾ ਕਬਜ਼ਾ ਹੋ ਗਿਆ, ਇਸੇ ਤਰ੍ਹਾਂ ਜਿਨ੍ਹਾਂ ਗੁਰਮੁਖਾਂ ਦੇ ਮਨ ਦਾ ਹੱਥ ਪੈ ਗਿਆ ਪਰਮਾਤਮਾ ਨੂੰ, ਪਰਮਾਤਮਾ ਉਹਨਾਂ ਦਾ ਹੀ ਹੋ ਗਿਆ। ਫਿਰ ਬਖਸ਼ਿਸ਼ ਕਰਦੇ ਹਨ। ਕਹਿ ਰਵਿਦਾਸ ਹਾਥ ਪੈ ਨੇਰਿਆ, ਸਹਿਜੇ ਹੋਏ ਸੋਈ। ਭਗਤ ਰਵਿਦਾਸ ਜੀ ਕਹਿਣ ਲੱਗੇ ਜਿਨ੍ਹਾਂ ਦਾ ਪਰਮਾਤਮਾ ਨਾਲ ਮੇਲ ਹੋ ਗਿਆ, ਮਨ ਜੁੜ ਗਿਆ, ਉਹਨਾਂ ਨੂੰ ਪਰਮਾਤਮਾ ਫਿਰ ਹੱਥਾਂ ਪੈਰਾਂ ਤੋਂ ਨੇੜੇ ਹੋ ਜਾਂਦਾ। ਸਾਨੂੰ ਦੂਰ ਲੱਗਦਾ ਹੈ, ਪਤਾ ਨਹੀਂ ਉਹ ਕਿੱਥੇ ਹੈ, ਔਖੀ ਵੇਲੇ ਮਦਦ ਕਰੇਗਾ ਕਿ ਨਹੀਂ ਕਰੇਗਾ, ਪਰ ਜਿਨ੍ਹਾਂ ਨੂੰ ਪ੍ਰਾਪਤ ਹੋ ਗਿਆ ਉਹਨਾਂ ਨੂੰ ਜਾਪਦਾ ਦਿਸਦਾ, ਭਰੋਸਾ ਰੱਖਦੇ ਵੀ ਹੱਥਾਂ ਤੇ ਪੈਰਾਂ ਤੋਂ ਵੀ ਨੇੜੇ ਹੈ। ਕਹਿਣ ਲੱਗੇ ਕਹਿ ਰਵਿਦਾਸ ਹਾਥ ਪੇ ਨੇੜੇ, ਹੱਥਾਂ ਪੈਰਾਂ ਤੋਂ ਪਰਮਾਤਮਾ ਨੇੜੇ ਹੈ ਮਦਦ ਕਰਨ ਵਾਸਤੇ, ਕਿਉਂਕਿ ਉਹ ਤਾਂ ਮੇਰੇ ਅੰਦਰ ਵਸਿਆ, ਦਿਲ ਦੀ ਧੜਕਣ ਦੇ ਵਿੱਚ, ਮੇਰੇ ਸਵਾਸਾਂ ਦੇ ਵਿੱਚ, ਮੇਰੇ ਖੂਨ ਦੇ ਕਤਰੇ ਕਤਰੇ ਦੇ ਵਿੱਚ, ਸਰੀਰ ਦੇ ਮਾਸ ਦੀ ਬੂਟੀ ਬੂਟੀ ਵਿੱਚ, ਹਰੇਕ ਨਾੜੀ ਵਿੱਚ ਉਹ ਸਮਾਇਆ ਹੋਇਆ, ਹੱਥਾਂ ਪੈਰਾਂ ਦੇ ਵਿੱਚ ਵੀ ਉਹ ਬੈਠਾ ਹੋਇਆ। ਇਹ ਭਗਤਾਂ ਦੀ ਅਵਸਥਾ ਬਣ ਜਾਂਦੀ ਹੈ। ਸਹਿਜੇ ਹੋਏ ਸੋ ਹੋਈ, ਸਹਿਜੇ ਤੋਂ ਭਾਵ ਸੁਤੇ ਸਿੱਧ, ਜੋ ਹੋਵੇਗਾ ਚੰਗਾ ਹੀ ਹੋਵੇਗਾ, ਭਲਾ ਹੀ ਹੋਵੇਗਾ। ਐਸੀ ਉਹਨਾਂ ਗੁਰਮੁਖਾਂ ਦੀ ਅਵਸਥਾ ਬਣ ਜਾਂਦੀ ਹੈ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ, ਬਚਨ ਉਪਦੇਸ਼ ਗੁਰੂ ਕਾ ਹਿਰਦੇ ਵਸੇ, ਭੁੱਲਾਂ ਦਾਸ ਦੀਆਂ ਮੁਆਫ ਕਰਨੀਆਂ, ਦਿਓ ਸੱਜਣ ਅਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲ। ਸਰਬੇ ਏਕ ਨੇਕਾ ਸੁਆਮੀ, ਸਭ ਘਟ ਭੋਗਵੇ ਸੋਈ। ਕਹਿ ਰਵਿਦਾਸ ਹਾਥ ਪੈ ਨੇਰਿਆ, ਸਹਿਜੇ ਹੋਏ ਸੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਦੇ